ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਕੁਝ ਅੱਜ ਦੇ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਗੈਸ ਪ੍ਰਾਈਸਿਸ ਬਾਰੇ। ਕੈਨੇਡਾ ਦੇ ਵਿੱਚ ਖਾਸ ਕਰ ਵੈਨਕੂਵਰ ਦੇ ਇਲਾਕੇ ਦੇ ਵਿੱਚ ਗੈਸ ਦੀਆਂ ਕੀਮਤਾਂ ਰੈਕਡ ਹਾਈ ਚਲੇ ਗਈਆਂ, ਬਹੁਤ ਜ਼ਿਆਦਾ ਕੀਮਤਾਂ ਵੱਧ ਚੁੱਕੀਆਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਅਬੋਰਸ਼ਨ ਲਾ ਦਾ ਕੈਨੇਡਾ ਦੇ ਉੱਤੇ ਕੀ ਪ੍ਰਭਾਵ ਪਊਗਾ, ਇਹ ਅਬੋਰਸ਼ਨ ਜਿਹੜਾ ਮਾਮਲਾ ਇਹ ਹੈ ਕਿ ਪੂਰੀ ਦੀ ਪੂਰੀ ਅਮਰੀਕਾ ਦੇ ਵਿੱਚ ਇਸ ਵੇਲੇ ਇਹਦੇ ਉੱਤੇ ਗੱਲਬਾਤ ਕਿਉਂ ਹੋ ਰਹੀ ਹੈ, ਸਿਆਸਤ ਇਹਦੇ ਉੱਤੇ ਕਿਉਂ ਹੋ ਰਹੀ ਹੈ। ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਦੇ ਨਾਲ ਇਹਦੇ ਬਾਰੇ ਗੱਲਬਾਤ ਕਰਾਂਗੇ। ਇਸੇ ਤਰ੍ਹਾਂ ਹੀ ਜਿਹੜੀ ਰੂਸ ਯੂਕਰੇਨ ਯੁੱਧ ਚੱਲ ਰਿਹਾ ਉਹਦੇ ਵਿੱਚ ਅਮਰੀਕਾ ਦੀ ਕੀ ਭੂਮਿਕਾ ਹੈ ਅਤੇ ਅਮਰੀਕਾ ਕਿੱਥੇ ਇੱਕ ਯੂਕਰੇਨ ਦਾ ਸਾਥ ਦੇ ਰਿਹਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਜਿਹੜੇ ਨੌਕਰੀਆਂ ਆ ਉਹਦੇ ਬਾਰੇ। ਅਲਬਰਟਾ ਦੇ ਵਿੱਚ ਵੇਟਿੰਗ ਟਾਈਮ ਬਹੁਤ ਲੰਬਾ ਹੋ ਰਿਹਾ, ਖਾਸ ਕਰ ਜਿਹੜੇ ਬੱਚਿਆਂ ਦੇ ਹਸਪਤਾਲਾਂ ਦੇ ਵਿੱਚ ਆ ਉੱਥੇ ਲਾਈਨ ਅਪ ਕਾਫੀ ਵੱਡਾ ਆ। ਇਹਦੇ ਬਾਰੇ ਕੁਛ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਵੈਨਕੂਵਰ ਅਤੇ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗੈਸ ਦੀਆਂ ਕੀਮਤਾਂ ਇਸ ਵੇਲੇ ਸਿਖਰਾਂ ਨੂੰ ਛੂਹ ਰਹੀਆਂ। ਕਦੇ ਵੀ ਕਾਰ ਦੇ ਵਿੱਚ ਗੈਸ ਪਾਉਣੀ ਇੰਨੀ ਮਹਿੰਗੀ ਨਹੀਂ ਸੀ ਹੋਈ ਵੈਨਕੂਵਰ ਅਤੇ ਦੇ ਆਲੇ ਦੁਆਲੇ ਜਿੰਨੀ ਇਸ ਵੇਲੇ ਆ। ਅੱਜ ਸਵੇਰੇ ਜਦੋਂ ਅਸੀਂ ਸ਼ੁੱਕਰਵਾਰ ਨੂੰ ਦੇਖਿਆ ਤਾਂ 2.16 ਪਰ ਲੀਟਰ ਦੇ ਨੇੜੇ ਤੇੜੇ ਕੁਛ ਗੈਸ ਸਟੇਸ਼ਨ ਦੇ ਉੱਤੇ ਗੈਸ ਦੀ ਕੀਮਤ ਦੱਸੀ ਜਾ ਰਹੀ ਸੀ। ਦੱਸਿਆ ਇਹ ਜਾ ਰਿਹਾ ਕਿ $2 ਨੂੰ ਲੀਟਰ। ਬਹੁਤ ਚਿਰ ਪਹਿਲਾਂ ਗੱਲਾਂ ਬਾਤਾਂ ਕਰਦੇ ਸੀ ਕਿ ਗੈਸ ਇੰਨੀ ਮਹਿੰਗੀ ਹੋ ਜਾਣੀ ਆ, 2 ਲੀਟਰ ਨੂੰ ਟੱਚ ਕਰ ਜੂਗੀ। ਅੱਜ ਇੱਕਦਮ 2.16 ਦੇ ਉੱਤੇ ਕੁਛ ਥਾਵਾਂ ਦੇ ਉੱਤੇ ਗੈਸ ਦੀਆਂ ਕੀਮਤਾਂ ਦੇਖੀਆਂ ਗਈਆਂ ਅਤੇ ਮਾਹਰ ਕਹਿ ਇਹ ਰਹੇ ਆ ਕਿ ਅਜੇ ਵੀ ਇੱਥੇ ਰੁਕਣਗੀਆਂ ਨਹੀਂ। ਇਸ ਵੀਕਐਂਡ ਦੇ ਉੱਤੇ ਕੁਛ ਸੈਂਟ ਹੋਰ ਗੈਸ ਦੀਆਂ ਕੀਮਤਾਂ ਉੱਤੇ ਜਾ ਰਹੀਆਂ। ਇਹਦਾ ਕਾਰਨ ਕੀ ਆ ਕਿ ਰੂਸ ਯੂਕਰੇਨ ਯੁੱਧ ਆ। ਲੋਕ ਥੋੜ੍ਹੀਆਂ ਜਿਹੀਆਂ ਪਿੱਛੇ ਜਿਹੀਆਂ ਕੀਮਤਾਂ ਵਧੀਆਂ ਸੀ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਸੀ, ਉਸ ਦੇ ਉੱਤੇ ਇਤਰਾਜ਼ ਕਰ ਰਹੇ ਸੀ। ਪਰ ਇੱਦਾਂ ਲੱਗਦਾ ਕਿ ਹੋਰ ਭਿਆਨਕ ਅਤੇ ਮਾੜਾ ਸਮਾਂ ਆਉਣ ਵਾਲਾ ਆ। ਰੂਸ ਯੂਕਰੇਨ ਯੁੱਧ ਦਾ ਅਸਰ ਇੱਥੇ ਪੈ ਰਿਹਾ। ਕਰੂਡ ਆਇਲ ਦੀ ਸਪਲਾਈ ਜਿਹੜੀ ਕਿ ਉੱਧਰਲੇ ਪਾਸਿਓਂ ਆਉਂਦੀ ਆ, ਉਹਦੀ ਹਾਲਤ ਇਸ ਸਾਲ ਦੇ ਅਖੀਰ ਤੱਕ ਲੱਗਦਾ ਹੋਰ ਵੀ ਖਤਰਨਾਕ ਹੋ ਜਾਏਗੀ। ਪਿੱਛੇ ਸਪਲਾਈ ਨਹੀਂ ਹੈ, ਡਿਮਾਂਡ ਬਹੁਤ ਜ਼ਿਆਦਾ ਆ। ਪੈਂਡੈਮਿਕ ਖਤਮ ਹੋਣ ਤੋਂ ਬਾਅਦ ਇਸ ਡਿਮਾਂਡ ਸਪਲਾਈ ਦੇ ਰੌਲੇ ਦੇ ਵਿੱਚ ਜਿਹੜੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ। ਕੌਣ ਇਹਦੇ ਲਈ ਜ਼ਿੰਮੇਵਾਰ ਆ? ਖਾਸ ਕਰ BC ਦੇ ਵਿੱਚ ਅਤੇ ਵੈਨਕੂਵਰ ਦੇ ਇਲਾਕੇ ਦੇ ਵਿੱਚ ਇਹ ਕੀਮਤਾਂ ਬਾਕੀ ਸਾਰੇ ਥਾਵਾਂ ਨਾਲੋਂ ਜ਼ਿਆਦਾ ਹੁੰਦੀਆਂ ਅਤੇ ਇਸ ਵੇਲੇ ਵੀ ਇਸੇ ਤਰ੍ਹਾਂ ਹੀ ਆ। ਪਿਛਲੇ ਸਾਲ ਨਾਲੋਂ ਇੱਥੋਂ ਤੱਕ ਕਿ ਮਾਰਚ ਦੇ ਮਹੀਨੇ ਨਾਲੋਂ ਵੀ ਇਹ ਕੀਮਤਾਂ ਕਾਫੀ ਜ਼ਿਆਦਾ ਇਸ ਵੇਲੇ ਦੇਖਣ ਨੂੰ ਮਿਲ ਰਹੀਆਂ। ਇੱਕ ਸਾਲ ਪਹਿਲਾਂ ਨੈਸ਼ਨਲ ਐਵਰੇਜ ਪੰਪ ਪ੍ਰਾਈਸ ਡੀਜ਼ਲ ਦਾ 1.23 ਲੀਟਰ ਸੀ, ਜਿਹੜਾ ਕਿ 2.06 ਲੀਟਰ ਇਸ ਵੇਲੇ ਦੱਸਿਆ ਜਾ ਰਿਹਾ। ਮੈਟਰੋ ਵੈਨਕੂਵਰ ਹਾਈਐਸਟ ਗੈਸ ਟੈਕਸ ਪੂਰੇ ਦੇਸ਼ ਦੇ ਵਿੱਚ ਪੇ ਕਰ ਰਿਹਾ ਇਸ ਵੇਲੇ। ਇੱਕ ਰਿਫਾਈਨਰੀ ਆ ਅਤੇ ਉਹ ਵੀ ਜਿਹੜੀ ਇਸ ਵੇਲੇ ਕੁਛ ਸਮੱਸਿਆਵਾਂ ਦੇ ਵਿੱਚ ਘਿਰੀ ਆ। ਜਿਹੜੀ ਗੈਸ ਦੇ ਲਈ ਤੁਸੀਂ ਜਿੰਨਾ ਪੇ ਕਰ ਰਹੇ ਹੋ ਇਹ ਇੱਕ ਥਾਂ ਦੇ ਉੱਤੇ ਰੁਕ ਨਹੀਂ ਰਿਹਾ, ਕਿਉਂਕਿ ਗੈਸ ਦੇ ਨਾਲ ਹੀ ਬਾਕੀ ਸਾਰਾ ਕੁਝ ਜੁੜਿਆ ਆ ਅਤੇ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ। ਆਲੇ ਦੁਆਲੇ ਨਿਗਾਹ ਮਾਰ ਕੇ ਦੇਖੋ, ਪੂਰੀ ਇੰਡਸਟਰੀ ਦੇ ਵਿੱਚ ਚਾਹੇ ਉਹ ਜਿੱਥੋਂ ਪ੍ਰੋਡਕਸ਼ਨ ਹੁੰਦੀ ਉੱਥੋਂ ਲੈ ਕੇ ਕੰਜ਼ਿਊਮਰ ਤੱਕ ਕੁਛ ਸਮੇਂ ਦੇ ਵਿੱਚ ਹੀ ਉਹ ਪ੍ਰਾਈਸ ਜਿਹੜਾ ਉੱਥੇ ਤੱਕ ਪਹੁੰਚ ਜਾਂਦਾ, ਕੀਮਤਾਂ ਵੱਧ ਜਾਂਦੀਆਂ। ਚਾਹੇ ਤੁਸੀਂ ਗਰੋਸਰੀ ਦੇਖ ਲਓ, ਚਾਹੇ ਟੋਇਲਟ ਪੇਪਰ ਦੇਖ ਲਓ, ਚਾਹੇ ਕਿਚਨ ਕੈਬਨਿਟ ਦੇਖ ਲਓ, ਫਲੋਰਿੰਗ ਦੇਖ ਲਓ, ਟੈਲੀਵਿਜ਼ਨ ਦੇਖ ਲਓ, ਸਾਰਾ ਕੁਛ ਇੱਕ ਪੁਆਇੰਟ ਦੇ ਉੱਤੇ ਇਸ ਵੇਲੇ ਮਹਿੰਗਾ ਹੋਇਆ ਪਿਆ। ਅਮਰੀਕਾ ਦੇ ਵਿੱਚ ਇਕੋਨਮੀ ਥੋੜ੍ਹੀ ਜਿਹੀ ਸਲੋ ਹੁੰਦੀ ਲੱਗ ਰਹੀ ਆ। ਕਿਤੇ ਕਿਤੇ ਗੱਲਾਂ ਬਾਤਾਂ ਵੀ ਹੋ ਰਹੀਆਂ ਕਿ ਜਿਹੜਾ ਰਿਸੈਸ਼ਨ ਆ ਉਹਦੇ ਵੱਲੋਂ ਗੱਲ ਵੱਧ ਰਹੀ ਆ, ਇੰਟਰਸਟ ਰੇਟ ਵੱਧ ਰਹੇ ਆ। ਇਸ ਵੇਲੇ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਗੈਸ ਦੀਆਂ ਕੀਮਤਾਂ ਰੈਕਡ ਹਾਈ ਹੋਣੀਆਂ ਜਿਹੜੀਆਂ ਪਹਿਲਾਂ ਕਦੇ ਨਹੀਂ ਹੋਈਆਂ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਆ। ਅੱਗੇ ਸਮਰ ਦੇ ਵਿੱਚ ਜਾ ਕੇ ਇਹਦੀਆਂ ਕੀਮਤਾਂ ਕਿੱਥੇ ਤੱਕ ਪਹੁੰਚਦੀਆਂ, ਲੋਕ ਕਿੱਥੇ ਤੱਕ ਪੇ ਕਰਦੇ ਆ, ਇੱਕ ਬਹੁਤ ਵੱਡਾ ਸਵਾਲ ਲੋਕਾਂ ਦੇ ਸਾਹਮਣੇ ਆ। ਲੋਕ ਇਸ ਗੱਲ ਬਾਰੇ ਚਿੰਤਤ ਵੀ ਨੇ, ਮੰਗ ਵੀ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਠੀਕ ਠਾਕ ਕੀਤਾ ਜਾਵੇ, ਕੁਛ ਨਾ ਕੁਛ ਰਿਬੇਟ ਦਿੱਤੀ ਜਾਵੇ। ਹਜੇ ਤੱਕ ਜਿਹੜੀ ਰਿਬੇਟ ਆ ਉਹ ਘੱਟੋ ਘੱਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਦਿੱਤੀ ਗਈ ਹੈ, ਜਿਹੜਾ ਵਾਅਦਾ ਕੀਤਾ ਗਿਆ ਡਰਾਈਵਰਸ ਨੂੰ ਵੀ ਇੱਕ ਵਾਰੀ $110 ਦੀ ਰਿਬੇਟ ਦਿੱਤੀ ਜਾਊਗੀ, ਕਿਉਂਕਿ ਰੇਟ ਪਿਛਲੇ ਸਮੇਂ ਦੇ ਵਿੱਚ ਬਹੁਤ ਵਧੇ ਆ। ਹੁਣ ਫਿਰ ਕੀਮਤਾਂ ਜਿਹੜੀਆਂ ਇਹਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਵਧੀਆਂ ਆ। ਤਾਂ ਇਹਦੇ ਉੱਤੇ ਕੀ ਹੁਣ ਸਰਕਾਰ ਕੁਛ ਕਰਦੀ ਆ ਜਾਂ ਕੁਛ ਇੱਥੇ ਟੈਕਸ ਘਟਾਉਂਦੀ ਆ, ਜਿਹਦੇ ਨਾਲ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਥੋੜ੍ਹੇ ਸਮੇਂ ਲਈ, ਭਾਵੇਂ ਥੋੜ੍ਹੇ ਸਮੇਂ ਲਈ ਹੋਵੇ, ਜਿੰਨੀਆਂ ਇਹ ਕੀਮਤਾਂ ਵਧੀਆਂ ਉਹਨਾਂ ਤੋਂ ਲੋਕਾਂ ਨੂੰ ਕੁਛ ਨਾ ਕੁਛ ਰਾਹਤ ਮਿਲ ਸਕੇ। ਇਹਦੇ ਬਾਰੇ ਅੱਜ ਸਾਰਾ ਦਿਨ ਗੱਲਾਂ ਬਾਤਾਂ ਚੱਲੀਆਂ ਅਤੇ ਲੱਗਦਾ ਨਹੀਂ ਕਿ ਕੀਮਤਾਂ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਠਾਕ ਹੋਣਗੀਆਂ। ਮਾਹਰ ਇਹ ਵੀ ਕਹਿ ਰਿਹਾ ਹੈ ਕੀਮਤਾਂ ਹੋਰ ਜ਼ਿਆਦਾ ਵੱਧ ਸਕਦੀਆਂ। ਕੈਨੇਡਾ ਦੇ ਵਿੱਚ
ਅਨਐਮਪਲੋਇਮੈਂਟ ਬਹੁਤ ਲੋਐਸਟ ਲੈਵਲ ਦੇ ਉੱਤੇ ਪਹੁੰਚ ਗਈ ਆ। ਜਿਹੜੇ ਤਾਜ਼ੇ ਅੰਕੜੇ ਆਏ ਆ ਔਰ ਦੱਸੇ ਜਾ ਰਿਹਾ ਕਿ 1976 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਇੱਥੇ ਤੱਕ ਅਨਐਮਪਲੋਇਮੈਂਟ ਰੇਟ ਜਿਹੜਾ ਪਹੁੰਚਿਆ। ਪਰ ਬ੍ਰਿਟਿਸ਼ ਕੋਲੰਬੀਆ ਥੋੜ੍ਹਾ ਜਿਹਾ ਬਾਕੀ ਕੈਨੇਡਾ ਨਾਲੋਂ ਇਹਦਾ ਵੱਖਰਾ ਚੱਲਿਆ। ਜਿਹੜਾ ਓਵਰਆਲ ਨੈਸ਼ਨਲ ਟ੍ਰੈਂਡ ਆ ਬ੍ਰਿਟਿਸ਼ ਕੋਲੰਬੀਆ ਦਾ ਟ੍ਰੈਂਡ ਉਹਦੇ ਉਲਟ ਰਿਹਾ ਇਸ ਵਾਰੀ। ਸਟੈਟਿਕਸ ਕੈਨੇਡਾ ਇਸ ਵੇਲੇ ਕਹਿ ਰਿਹਾ ਕਿ ਅਨਐਮਪਲੋਇਮੈਂਟ ਰੇਟ 5.2% ਪਿਛਲੇ ਮਹੀਨੇ ਤੇ ਡ੍ਰੌਪ ਕਰ ਗਿਆ ਸੀ, ਤੇ ਜਿਹੜਾ BC ਦੇ ਵਿੱਚ ਹੈਗਾ ਆ ਇਹ 5.4% ਦੇ ਉੱਤੇ ਹੈਗਾ, ਜਿਹੜਾ ਕਿ ਪਿਛਲੇ ਮਹੀਨੇ 5.1% ਸੀ। ਸੋ ਪੂਰੇ ਕੈਨੇਡਾ ਦੇ ਵਿੱਚ ਅਨਐਮਪਲੋਇਮੈਂਟ ਰੇਟ ਜਿਹੜਾ 5.2% ਆ, ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ 5.4% ਦੱਸਿਆ ਜਾ ਰਿਹਾ, ਜਿਹੜਾ ਕਿ ਪਿਛਲੇ ਮਹੀਨੇ ਨਾਲੋਂ ਥੋੜ੍ਹਾ ਜਿਹਾ ਉੱਪਰ ਨੂੰ ਗਿਆ। 2000 ਜੌਬਸ ਜਿਹੜੀਆਂ ਦੱਸਦੇ ਆ ਜਿਹੜੀਆਂ ਡ੍ਰੌਪ ਹੋਈਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤੇ ਜਿਹੜਾ ਇਸ ਵੇਲੇ ਲਗਾਤਾਰ ਜਿਹੜੀ ਇਕਨੋਮਿਕ ਰਿਕਵਰੀ ਆ ਉਹ ਹੋ ਰਹੀ ਆ। ਲਗਾਤਾਰ ਪਿਛਲੇ 11 ਮਹੀਨਿਆਂ ਤੋਂ ਬ੍ਰਿਟਿਸ਼ ਕੋਲੰਬੀਆ ਨੇ ਕੰਟਰੀ ਨੂੰ ਲੀਡ ਕੀਤਾ। ਜਿਹੜੀ ਪੋਸਟ ਪੈਂਡੈਮਿਕ ਜੌਬ ਰਿਕਵਰੀ ਦੇ ਵਿੱਚ 92,500 ਹੋਰ ਲੋਕ ਇੱਥੇ ਕੰਮ ਕਰਨ ਲੱਗੇ ਆ ਪੈਂਡੈਮਿਕ ਤੋਂ ਪਹਿਲਾਂ ਨਾਲੋਂ, ਤੇ ਇਹ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ 49,600 ਲੋਕ ਕੰਮ ਕਰ ਰਹੇ ਆ। ਆਪਣੇ ਆਪ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਵਿੱਚ ਵਨ ਆਫ ਦਾ ਹਾਈਐਸਟ ਰਿਕਵਰੀ ਦੱਸੀ ਜਾ ਰਹੀ ਹੈ ਪੂਰੇ ਦੇਸ਼ ਦੇ ਵਿੱਚ। ਅਨਐਮਪਲੋਇਮੈਂਟ ਰੇਟ ਲਗਾਤਾਰ ਥੱਲੇ ਜਾ ਰਿਹਾ, ਭਾਵੇਂ ਕਿ ਇਸ ਵੇਲੇ 5.4% ਆ। ਰਵੀ ਕਾਲੋਂ BC ਦੇ ਮਿਨਿਸਟਰ ਆਫ ਜੌਬਸ ਤੇ ਇਕਨੋਮਿਕ ਰਿਕਵਰੀ ਐਂਡ ਇਨੋਵੇਸ਼ਨ ਨੇ, ਉਹਨਾਂ ਨੇ ਵੀ ਇਹ ਜਾਣਕਾਰੀ ਦਿੱਤੀ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਭਾਵੇਂ ਥੋੜ੍ਹਾ ਜਿਹਾ ਇਹ ਵਧਿਆ ਆ, ਪਰ ਫਿਰ ਵੀ ਆਸ ਕੀਤੀ ਜਾ ਰਹੀ ਆ ਕਿ ਹੋਰ ਜੌਬਸ ਇਹਦੇ ਵਿੱਚ ਐਡ ਹੋ ਰਹੀਆਂ ਆ, ਤੇ ਇਹਦੇ ਨਾਲ ਜਿਹੜਾ ਇਕਨੋਮਿਕ ਰਿਕਵਰੀ ਆ ਉਹ ਕਾਫੀ ਤੇਜ਼ੀ ਦੇ ਨਾਲ ਹੋ ਰਹੀ ਹੈ। ਔਰ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਜਿਹੜਾ ਅਨਐਮਪਲੋਇਮੈਂਟ ਰੇਟ ਆ ਉਹ ਵੱਖ-ਵੱਖ ਆ ਕੈਨੇਡਾ ਦੇ ਵਿੱਚ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਅਨਐਮਪਲੋਇਮੈਂਟ ਰੇਟ ਜਿਹੜਾ ਅਨਚੇਂਜ ਰਿਹਾ ਅਪ੍ਰੈਲ ਦੇ ਵਿੱਚ 8.1% ਹੀ ਰਿਹਾ। ਨਿਊ ਬਰੰਸਵਿਕ ਦੇ ਵਿੱਚ ਇਹ 7% ਆ, ਜਿਹੜਾ 7.7% ਤੋਂ ਥੱਲੇ ਰਿਹਾ। ਮਾਰਚ ਦੇ ਵਿੱਚ 7.7% ਸੀ। ਨੋਵਾ ਸਕੋਸ਼ੀਆ ਦੇ ਵਿੱਚ ਜਿਹੜਾ 6% ਦੇ ਉੱਤੇ ਆ ਗਿਆ, ਪਿਛਲੇ ਮਹੀਨੇ 6.5% ਸੀ। ਅੰਟੈਰੀਓ ਤੇ BC ਜਿਹੜੇ ਆ ਉਹ 5.4% ਦੇ ਵਿੱਚ ਅਪ੍ਰੈਲ ਦੇ ਉੱਤੇ ਰਹੇ ਆ, ਤੇ ਜਿਹੜਾ ਸਸਕਾਚਵਨ ਆ ਉੱਥੇ ਥੋੜ੍ਹਾ ਜਿਹਾ ਇਹ ਵਾਧਾ ਹੋਇਆ 5.5% ਦੇ ਉੱਤੇ, ਪਿਛਲੇ ਮਹੀਨੇ ਇਹ 5% ਦੇ ਉੱਤੇ ਸੀਗਾ। ਅਲਬਰਟਾ ਦੇ ਵਿੱਚ ਜਿਹੜੀਆਂ ਪਿਛਲੇ ਮਹੀਨੇ ਹੋਰ ਕਈ ਹਜ਼ਾਰਾਂ ਨੌਕਰੀਆਂ ਐਡ ਹੋਈਆਂ, ਤੇ ਜੌਬਲੈਸ ਰੇਟ ਜਿਹੜਾ ਉੱਥੇ ਇੰਪਰੂਵ ਹੋਇਆ 5.9% ਦੇ ਉੱਤੇ, ਜਿਹੜਾ ਕਿ ਪਹਿਲਾਂ 6.5% ਦੇ ਉੱਤੇ ਸੀਗਾ। ਓਵਰਆਲ ਕੈਨੇਡਾ ਦੇ ਵਿੱਚ 15,300 ਜੌਬਸ ਅਪ੍ਰੈਲ ਮਹੀਨੇ ਦੇ ਵਿੱਚ ਐਡ ਹੋਈਆਂ। ਕੈਨੇਡਾ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੱਸ ਰਹੀ ਹੈ ਕਿ ਆਪਣੀ ਰਿਕਵਰੀ ਦੇ ਉੱਤੇ ਆ ਸਾਰਾ ਕੁਝ। ਜਿਹੜਾ ਅਨਐਮਪਲੋਇਮੈਂਟ ਰੇਟ ਆ ਜਿਹੜੀ ਕਿ ਬਹੁਤ ਚੰਗੀ ਗੱਲ ਆ, ਹਿਸਟੋਰੀਕਲੀ ਲੋ ਇਸ ਵੇਲੇ 1976 ਤੋਂ ਬਾਅਦ ਇੱਥੇ ਦੱਸਿਆ ਜਾ ਰਿਹਾ। ਅਲਬਰਟਾ ਦੇ ਵਿੱਚ ਪੈਡੀਆਟ੍ਰਿਕ ਐਮਰਜੈਂਸੀ ਰੂਮ ਦੇ ਵਿੱਚ ਇੱਕ ਸਮੱਸਿਆ ਆ ਰਹੀ ਹੈ। ਸਮੱਸਿਆ ਇਹ ਆ ਰਹੀ ਹੈ ਕਿ ਲੋਕਾਂ ਨੂੰ ਉਡੀਕ ਬਹੁਤ ਲੰਬੀ ਕਰਨੀ ਪੈ ਰਹੀ ਆ। ਜਿਹੜੇ ਹੈਲਥ ਅਫੀਸ਼ੀਅਲਸ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਬੱਚਾ ਸਭ ਤੋਂ ਬਿਮਾਰ ਆ ਅਸੀਂ ਉਹਨੂੰ ਪਹਿਲਾਂ ਦੇਖ ਰਹੇ ਹਾਂ, ਤੇ ਪ੍ਰਾਇਓਰਿਟੀ ਵਾਈਜ਼ ਅਸੀਂ ਦੇਖ ਰਹੇ ਹਾਂ, ਪਰ ਲੋਕਾਂ ਦੀਆਂ ਲੰਬੀਆਂ ਲਾਈਨਾਂ 10-10 ਘੰਟੇ ਦੀ ਲੰਬੀ ਉਡੀਕ ਤੋਂ ਲੋਕ ਚਿੰਤਤ ਨੇ। ਵੇਟ ਟਾਈਮ 10 ਘੰਟੇ ਤੱਕ ਪਹੁੰਚ ਚੁੱਕਿਆ ਕੁਝ ਥਾਵਾਂ ਦੇ ਉੱਤੇ। ਅਲਬਰਟਾ ਚਿਲਡਰਨ ਹਸਪੀਟਲ ਦੇ ਵਿੱਚ ਯੂਨਾਈਟਿਡ ਨਰਸ ਆਫ ਅਲਬਰਟਾ ਇਹ ਗੱਲਬਾਤ ਦੱਸ ਰਹੇ ਆ ਕਿ ਉਹ ਕਹਿੰਦੇ ਅਸੀਂ ਇਸ ਗੱਲ ਤੋਂ ਅਵੇਅਰ ਹਾਂ ਕਿ ਜਦੋਂ ਜਿਹੜਾ ਐਸਟੀਮੇਟਡ ਟਾਈਮ ਹਸਪੀਟਲਸ ਦੇ ਵਿੱਚ 16 ਘੰਟੇ ਤੱਕ ਜਿਹੜਾ ਹੋ ਸਕਦਾ ਆ। ਸੋ ਇੰਨਾ ਜ਼ਿਆਦਾ ਵੇਟਿੰਗ ਟਾਈਮ ਹੋਣਾ, ਉਹ ਵੀ ਬੱਚਿਆਂ ਦੇ ਲਈ, ਤੇ ਉਹ ਵੀ ਐਮਰਜੈਂਸੀ ਦੇ ਵਿੱਚ, ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ। ਪਿਛਲੇ ਕੁਝ ਹਫ਼ਤਿਆਂ ਤੋਂ ਖਾਸ ਕਰ ਪਿਛਲੇ 7 ਦਿਨਾਂ ਤੋਂ ਦੱਸਿਆ ਜਾ ਰਿਹਾ ਕਿ ਜਿਹੜਾ ਸਾਲ ਦਾ ਸਭ ਤੋਂ ਬਿਜ਼ੀਐਸਟ ਟਾਈਮ ਆ, ਉਹਦੇ ਵਿੱਚੋਂ ਸਾਲ ਦਾ ਹੀ ਨਹੀਂ, ਪਿਛਲੇ ਇੱਕ ਦਹਾਕੇ ਦਾ ਜੇਕਰ ਸਭ ਤੋਂ ਬਿਜ਼ੀਐਸਟ ਟਾਈਮ ਕੱਢਿਆ ਜਾਵੇ ਕਿ ਹਸਪਤਾਲ ਦੇ ਵਿੱਚ ਸਭ ਤੋਂ ਵੱਧ ਭੀੜ ਆ, ਉਹ ਇਹ ਟਾਈਮ ਦੱਸਿਆ ਜਾ ਰਿਹਾ ਪਿਛਲੇ ਕੁਝ ਹਫ਼ਤੇ, ਤੇ ਖਾਸ ਕਰ ਪਿਛਲਾ ਇੱਕ ਹਫ਼ਤਾ ਜਿਹੜੇ 7 ਦਿਨ ਹੈਗੇ ਆ। ਸੋ ਇਹਦੇ ਨਾਲ ਹੁਣ ਡੀਲ ਕੀਤਾ ਜਾ ਰਿਹਾ ਕਿ ਇਸ ਤਰੀਕੇ ਦੇ ਨਾਲ, ਔਰ ਇੱਕ ਰੂਟੀਨ ਬਣ ਗਿਆ ਉੱਥੇ ਕਿ 8-9 ਘੰਟੇ ਬਹੁਤ ਸਾਰੇ ਦਿਨਾਂ ਦੇ ਵਿੱਚ ਜਾ ਕੇ ਉਡੀਕਣਾ ਬੱਚਿਆਂ ਨੂੰ ਆਪਣਾ ਇਲਾਜ ਕਰਾਉਣ ਦੇ ਲਈ। ਫਰੰਟ ਲਾਈਨ ਸਟਾਫ ਜਿਹੜਾ ਉਹ ਕਹਿੰਦੇ ਆਪਣਾ ਬੈਸਟ ਕਰ ਰਿਹਾ ਕਿ ਪ੍ਰਾਇਓਰਟਾਈਜ਼ ਕਰ ਰਿਹਾ ਇਹਨੂੰ, ਜਿਸ ਤਰੀਕੇ ਦੇ ਨਾਲ ਉਹ ਕਰ ਸਕਦੇ ਆ। ਤੇ ਜਿਹੜਾ ਡਾਕਟਰ ਜਿੰਨੀ ਜਲਦੀ ਅਰਜੈਂਟ ਕੇਸਿਸ ਦੇ ਵਿੱਚ 20-30 ਮਿੰਟ ਦੇ ਵਿੱਚ ਵੀ ਦੇਖ ਰਹੇ ਆ, ਪਰ ਪ੍ਰਾਇਓਰਟੀ ਦੇ ਉੱਤੇ ਜਿਹਨੂੰ ਵੱਡੀ ਸਮੱਸਿਆ ਲੱਗਦੀ ਆ ਉਹਨੂੰ ਪਹਿਲਾਂ ਦੇਖਿਆ ਜਾ ਰਿਹਾ, ਦੂਜਿਆਂ ਨੂੰ ਬਾਅਦ ਦੇ ਵਿੱਚ ਦੇਖਿਆ ਜਾ ਰਿਹਾ। ਇਸੇ ਤਰ੍ਹਾਂ ਬਹੁਤ ਸਾਰਾ ਜਿਹੜਾ ਬੈਕਅਪ ਆ ਉਹ ਵੀ ਉੱਥੇ ਜਿੱਦਾਂ ਫੈਮਲੀਜ਼ ਐਮਰਜੈਂਸੀ ਦੇ ਵਿੱਚ ਪਹੁੰਚ ਰਹੀਆਂ ਉਹ ਹੋ ਰਿਹਾ। ਇਸੇ ਤਰ੍ਹਾਂ ਜਿਹੜੀਆਂ ਲਾਈਨਅਪ ਆ ਉਹ ਬਾਹਰ ਤੱਕ ਲੰਬਾ ਤੱਕ ਦੇਖਿਆ ਜਾ ਸਕਦਾ ਆ। ਬਹੁਤ ਸਾਰੇ ਫੈਕਟਰਸ ਇਹਦੇ ਵਿੱਚ ਦੱਸੇ ਜਾ ਰਹੇ ਆ ਕਿ ਇਹ ਹੋ ਅਸਲ ਦੇ ਵਿੱਚ ਕੀ ਰਿਹਾ ਕਿ ਜਿਹੜਾ COVID-19 ਆ ਇਹ ਵੀ ਕਮਿਊਨਿਟੀ ਦੇ ਵਿੱਚ ਸਰਕੂਲੇਟ ਕਰ ਰਿਹਾ,
ਦੂਜਾ ਨੰਬਰ ਲੇਟ ਫਲੂ ਸੀਜ਼ਨ ਇਸ ਵੇਲੇ ਪੀਕ ਦੇ ਉੱਤੇ ਆ ਤੇ ਜਿਹਦੇ ਨਾਲ ਇਹ ਸਾਰਾ ਕੁਝ ਪ੍ਰੈਸ਼ਰ ਉਹਨਾਂ ਦੇ ਉੱਤੇ ਪੈ ਰਿਹਾ ਤੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਆ ਰਹੇ ਆ, ਜਿਹਦੇ ਕਰਕੇ ਇੱਕ ਵੱਡਾ ਉੱਥੇ ਸਮੱਸਿਆ ਆ ਰਹੀ ਆ। ਮੈਂਟਲ ਹੈਲਥ ਕ੍ਰਾਈਸਿਸ ਵੀ ਆ ਰਿਹਾ, ਬੈਡਸ ਦੀ ਸ਼ਾਰਟੇਜ ਹੈਗੀ ਆ, ਸਟਾਫ ਸ਼ਾਰਟੇਜ ਵੀ ਹੈਗਾ ਬਹੁਤ ਸਾਰੇ ਥਾਵਾਂ ਦੇ ਉੱਤੇ। ਇਹ ਛੋਟੇ ਛੋਟੇ ਫੈਕਟਰ ਜਿਹੜੇ ਆ। ਔਰ ਦੂਜੀ ਗੱਲ ਇਹਦੇ ਵਿੱਚ ਜਿਹੜੇ ਕੋਵਿਡ-19 ਦੇ ਕਰਕੇ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਪਾਉਣੇ ਪੈਂਦੇ ਆ, ਜਿਹਨੂੰ ਟਾਈਮ ਲੱਗਦਾ ਆ। ਇਹ ਸਾਰੀਆਂ ਗੱਲਾਂ ਹਜੇ ਤੱਕ ਨੋਰਮਲ ਨਹੀਂ ਹੋਈਆਂ ਤੇ ਉੱਥੇ ਦੱਸਿਆ ਜਾ ਰਿਹਾ ਕਿ ਬਹੁਤ ਵੱਡੀ ਸਮੱਸਿਆ ਵੇਟ ਟਾਈਮ ਨੂੰ ਲੈ ਕੇ ਅਲਬਰਟਾ ਦੇ ਵੱਖ-ਵੱਖ ਥਾਵਾਂ ਦੇ ਉੱਤੇ ਆ ਰਹੀ ਆ ਤੇ ਅਲਬਰਟਾ ਹੈਲਥ ਸਰਵਿਸਿਜ਼ ਇਸ ਗੱਲ ਨੂੰ ਸਮਝ ਰਿਹਾ ਹੈ ਕਿ ਜਿਹੜੀ ਸਟੇਨ ਉਹਨਾਂ ਦੇ ਸਿਸਟਮ 'ਤੇ ਪੈ ਰਹੀ ਆ ਤੇ ਯਤਨ ਕੀਤੇ ਜਾ ਰਹੇ ਆ ਕਿ ਜਿਹੜੀ ਪ੍ਰਾਇਓਰਿਟੀ ਬਾਸ ਦੇਖਿਆ ਜਾਵੇ ਤੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਪ੍ਰੈਸ਼ਰ ਨੂੰ ਘਟਾਇਆ ਜਾਵੇ ਤਾਂ ਕਿ ਲੋਕਾਂ ਨੂੰ ਸਮੇਂ ਦੇ ਉੱਤੇ ਘੱਟੋ ਘੱਟ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਜਾ ਸਕਣ। ਰੂਸ ਯੂਕਰੇਨ ਯੁੱਧ, ਇਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਪਿਆ ਸੀ। ਅਕਸਰ ਗੱਲਬਾਤ ਕਰਦੇ ਹਾਂ, 71ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ। ਪਿਛਲੇ 17 ਦਿਨਾਂ ਤੋਂ ਇਹ ਰੁਕ ਨਹੀਂ ਰਿਹਾ। ਰੂਸ ਦੇ ਸੈਨਿਕ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਲਗਾਤਾਰ ਮਿਜ਼ਾਈਲਾਂ ਦਾਗ ਰਿਹਾ। ਹਾਲ ਦੇ ਵਿੱਚ ਹੀ ਰੂਸ ਦੇ ਜਿਹੜੇ ਨਿਊਕਲੀਅਰ ਮਿਜ਼ਾਈਲਾਂ ਦਾਗਣ ਦਾ ਵੀ ਜਿਹੜੀ ਕਹਿੰਦੇ ਆ ਅਭਿਆਸ ਕੀਤਾ ਉਹਨਾਂ ਨੇ, ਤੇ ਭਵਿੱਖ ਦੇ ਵਿੱਚ ਇਹ ਵੀ ਨਿਊਕਲੀਅਰ ਹਮਲੇ ਵੀ ਹੋ ਸਕਦੇ ਆ ਤੇ ਇਹਦੇ ਨਾਲ ਪਰਮਾਣੂ ਹਮਲੇ ਦਾ ਖਤਰਾ ਹੋਰ ਜ਼ਿਆਦਾ ਵੱਧ ਜਾਂਦਾ ਆ। ਇੱਥੇ ਇਹ ਵੀ ਸਵਾਲ ਪੈਦਾ ਹੋ ਰਿਹਾ ਕਿ ਜਿਹੜਾ ਅਮਰੀਕਾ ਆ ਉਹ ਪੂਰੀ ਤਰ੍ਹਾਂ ਯੂਕਰੇਨ ਦੇ ਨਾਲ ਆ, ਜਾਂ ਦੂਜੇ ਸ਼ਬਦਾਂ ਦੇ ਵਿੱਚ ਇਹ ਕਹਿ ਲਓ ਕਿ ਯੂਕਰੇਨ ਸਿਰਫ ਅਮਰੀਕਾ ਤੇ ਬਾਕੀ ਦੇਸ਼ਾਂ ਕੋਲੋਂ ਹਥਿਆਰ ਹੀ ਨਹੀਂ ਲੈ ਰਿਹਾ, ਅਸਲਾ ਹੀ ਨਹੀਂ ਲੈ ਰਿਹਾ, ਜਿਹੜੀ ਇੰਟੈਲੀਜੈਂਸ ਆ ਉਹ ਵੀ ਇੱਥੋਂ ਦੀ ਵਰਤੋਂ ਕੀਤੀ ਜਾ ਰਹੀ ਆ। ਤੇ ਹੁਣ ਜਿਹੜੀ ਇੱਕ ਲੇਟੈਸਟ ਗੱਲਬਾਤ ਸਾਹਮਣੇ ਆਈ ਆ ਕਿ ਯੂਕਰੇਨ ਨੂੰ ਜਿਹੜੀ ਇੰਟੈਲੀਜੈਂਸ ਦਿੱਤੀ ਆ ਉਹਦੀ ਮਦਦ ਦੇ ਨਾਲ ਹੀ ਜਿਹੜਾ ਉਹਨਾਂ ਦਾ ਰਸ਼ੀਆ ਦਾ ਫਲੈਗਸ਼ਿਪ ਸੀਗਾ ਬਲੈਕ ਸੀ ਦੇ ਵਿੱਚ ਡੁੱਬ ਗਿਆ ਸੀ ਉਹ, ਕਿ ਉਹ ਯੂਕਰੇਨ ਦੇ ਵੱਸ ਦੀ ਗੱਲ ਨਹੀਂ ਸੀ ਕਿ ਉਹ ਆਪਣੇ ਆਪ ਰੂਸ ਦੇ ਏਡੇ ਵੱਡੇ ਜਿਹਦੇ ਉੱਤੋਂ ਜਿਹੜਾ ਵਾਰਸ਼ਿਪ ਸੀਗਾ ਉਹਨੂੰ ਡੋਬ ਦੇਵੇ। ਇਹ ਅਸਲ ਦੇ ਵਿੱਚ ਅਮਰੀਕਾ ਦੀ ਇੰਟੈਲੀਜੈਂਸ ਸੀਗੀ ਜਿਹਨੇ ਯੂਕਰੇਨ ਦੀ ਮਦਦ ਕੀਤੀ ਆ। ਤੇ ਮਤਲਬ ਜਿਹੜਾ ਅੱਜ 71ਵੇਂ ਦਿਨ ਦੇ ਵਿੱਚ ਉਹ ਜੇ ਲੜਨ ਦੇ ਕਾਬਲ ਆ ਤਾਂ ਸਿਰਫ ਇਹਦੇ ਕਰਕੇ ਅਮਰੀਕਾ ਦੀ ਇੰਟੈਲੀਜੈਂਸ ਦੀ ਮਦਦ ਕਰਕੇ। ਯੂਕਰੇਨ ਫੋਰਸਿਸ ਜਿਹੜੀਆਂ ਮਿਜ਼ਾਈਲਸ ਉੱਥੇ ਚੱਲੀਆਂ ਉਹਦੇ ਤੋਂ ਬਾਅਦ ਜੋ ਕੁਛ ਉੱਥੇ ਹੋਇਆ, ਰੂਸ ਜਿਸ ਤਰੀਕੇ ਦੇ ਨਾਲ ਇੱਥੇ ਅੰਦਰ ਵੜ ਕੇ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਤੇ ਇਹ ਵਾਸ਼ਿੰਗਟਨ ਕਿੰਨਾ ਜ਼ਿਆਦਾ ਯੂਕਰੇਨ ਦੀ ਇਸ ਲੜਾਈ ਦੇ ਵਿੱਚ ਇਨਵੋਲਵ ਆ, ਇਹ ਇਸੇ ਗੱਲ ਤੋਂ ਦੱਸਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸ਼ਿਪ ਨੂੰ ਡੋਬਣ ਦੇ ਵਿੱਚ ਅਮਰੀਕਾ ਨੇ ਉਹਨਾਂ ਦੀ ਮਦਦ ਕੀਤੀ ਆ। ਭਾਵ ਇੱਥੋਂ ਇੰਟੈਲੀਜੈਂਸ ਦੀਆਂ ਸਰਵਿਸਿਜ਼ ਜਿਹੜੀਆਂ ਉਹ ਵੀ ਅਮਰੀਕਾ ਯੂਕਰੇਨ ਨੂੰ ਦੇ ਰਿਹਾ ਤਾਂ ਕਿ ਰੂਸ ਦੇ ਨਾਲ ਲੜਿਆ ਜਾ ਸਕੇ। ਜਿਹੜੀਆਂ ਅਪਡੇਟਸ ਇਸ ਵੇਲੇ ਆ ਰਹੀਆਂ ਕਿ ਡੋਨੈਟਸ ਤੇ ਲੁਹਾਂਸਕ ਖੇਤਰ ਜਿਹੜੇ ਨੇ ਉਹਨਾਂ ਦੇ ਵਿੱਚ ਯੂਕਰੇਨ ਦੀ ਸੈਨਾ ਨੇ ਰੂਸ ਦੇ 8 ਟੈਂਕ ਤੇ 5 ਜਿਹੜੇ ਬਖਤਰਬੰਦ ਉਹਨਾਂ ਦੇ ਵਾਹਨ ਆ ਉਹਨਾਂ ਨੂੰ ਤਬਾਹ ਕਰ ਦਿੱਤਾ। ਉੱਥੇ ਯੂਕਰੇਨ ਦਾਅਵਾ ਕਰ ਰਿਹਾ ਕਿ ਰੂਸ ਨੇ ਉਹਨਾਂ ਦੇ ਉੱਤੇ 2000 ਤੋਂ ਜ਼ਿਆਦਾ ਦੱਸਿਆ ਜਾ ਰਿਹਾ ਕਿ ਮਿਜ਼ਾਈਲਾਂ ਦਾਗੀਆਂ ਆ। ਸੋ ਇਹ ਬੈਲਾਰੂਸ ਦੇ ਰਾਸ਼ਟਰਪਤੀ ਜਿਹੜੇ ਹੈਗੇ ਆ ਲੁਕੈਂਸ਼ਕੋ ਉਹਨਾਂ ਨੇ ਇਹ ਕਿਹਾ ਕਿ ਬੈਲਾਰੂਸ ਯੂਕਰੇਨ ਦੇ ਵਿੱਚ ਚੱਲ ਰਿਹਾ ਜਿਹੜੇ ਰੂਸ ਦੇ ਵਿਸ਼ੇਸ਼ ਜਿਹਨੂੰ ਉਹ ਮਿਲਟਰੀ ਆਪਰੇਸ਼ਨ ਕਹਿ ਰਹੇ ਆ ਕਿ ਅਸੀਂ ਉਹਦਾ ਹਿੱਸਾ ਨਹੀਂ ਬਣ ਰਿਹਾ। ਮਰਿਆਪੋਲ ਦੇ ਵਿੱਚ ਤੇ ਓਜੋਸਟਲ ਸਟੀਲ ਪਲਾਂਟ ਦੇ ਵਿੱਚ 500 ਲੋਕਾਂ ਨੂੰ ਉੱਥੋਂ ਬਾਹਰ ਕੱਢਿਆ ਗਿਆ ਆ। ਲਗਾਤਾਰ ਇਹ ਲੜਾਈ ਚੱਲ ਰਹੀ ਹੈ ਤੇ ਲੋਕ ਹੁਣ ਉਡੀਕ ਕਰ ਰਹੇ ਆ ਕਿ ਕਦੋਂ ਇਹ ਯੁੱਧ ਖਤਮ ਹੁੰਦਾ, ਕਿਉਂਕਿ ਇਸ ਯੁੱਧ ਨੇ ਸਿਰਫ ਰੂਸ ਤੇ ਯੂਕਰੇਨ ਦੇ ਉੱਤੇ ਪ੍ਰਭਾਵ ਨਹੀਂ ਪਾਇਆ, ਸਗੋਂ ਇਹਨੇ ਪੂਰੀ ਦੁਨੀਆ ਦੀ ਇਕੋਨਮੀ ਦੇ ਉੱਤੇ ਪ੍ਰਭਾਵ ਪਾਇਆ। 6 ਮਈ ਦਾ ਦਿਨ ਪੰਜਾਬੀ ਸਾਹਿਤ ਦੇ ਲਈ ਬਹੁਤ ਮਹੱਤਵਪੂਰਨ ਦਿਨ ਆ। ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਅੱਜ ਦੇ ਦਿਨ ਮਨਾਈ ਜਾਂਦੀ ਹੈ। ਅੱਜ ਦੇ ਦਿਨ ਪੰਜਾਬੀ ਦਾ ਮਹਾਨ ਸ਼ਾਇਰ ਇਸ ਦੁਨੀਆ ਤੋਂ ਰੁਖਸਤ ਹੋਇਆ ਸੀ। ਸ਼ਿਵ ਕੁਮਾਰ ਬਟਾਲਵੀ ਜਿਹਨੂੰ ਪੰਜਾਬੀ ਦਾ ਕੀਟਸ ਵੀ ਕਿਹਾ ਜਾਂਦਾ, ਅੱਜ ਤੱਕ ਪੰਜਾਬੀ ਦੇ ਵੱਡੇ ਕਵੀਆਂ ਦੇ ਵਿੱਚ ਉਹਦਾ ਨਾਂ ਸ਼ੁਮਾਰ ਕੀਤਾ ਜਾਂਦਾ। ਅੱਜ ਦੇ ਦਿਨ ਅਸੀਂ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਨ ਦੇ ਲਈ ਸਰੀ ਦੇ ਵਿੱਚ ਇੱਕ ਸ਼ਾਇਰ ਦੇ ਕੋਲ ਆਏ ਹਾਂ, ਕਵਿੰਦਰ ਚਾਂਦ। ਉਹਨਾਂ ਦੇ ਨਾਲ ਅੱਜ ਦੇ ਦਿਨ ਸ਼ਾਇਰੀ ਬਾਰੇ, ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਬਾਰੇ ਗੱਲਬਾਤ ਕਰਦੇ ਹਾਂ। ਚੰਦ ਸਾਹਿਬ, ਅੱਜ ਦੇ ਦਿਨ ਸ਼ਿਵ ਕੁਮਾਰ ਬਟਾਲਵੀ ਨੂੰ ਅਸੀਂ ਯਾਦ ਕਰ ਰਹੇ ਹਾਂ ਅਤੇ ਕੀ ਕਹਿਣਾ ਚਾਹੁੰਦੇ ਹੋ ਜੀ? ਪਹਿਲਾਂ ਤਾਂ ਜਸਕਰਨ ਜੀ, ਵਿਸ਼ੇਸ਼ ਕਰ ਤੁਹਾਡਾ ਅਤੇ ਤੁਹਾਡੇ ਚੈਨਲ ਦਾ ਮੈਂ ਇਸ ਲਈ ਵੀ ਧੰਨਵਾਦੀ ਹਾਂ ਕਿ ਤੁਸੀਂ ਸਾਹਿਤ ਨਾਲ ਜੁੜੀਆਂ ਅਜ਼ੀਮ ਸ਼ਖਸੀਅਤਾਂ ਤੋਂ ਲੈ ਕੇ ਆਮ ਸਾਹਿਤਕਾਰਾਂ ਦੀ ਵੀ ਗੱਲਬਾਤ ਅਕਸਰ ਚਾਹੁੰਦੇ ਰਹਿੰਦੇ ਹੋ, ਕਰਦੇ ਰਹਿੰਦੇ ਹੋ। ਗੱਲ ਸਾਡੇ ਅਲਬੇਲੇ ਸ਼ਾਇਰ ਸ਼ਿਵ ਕੁਮਾਰ ਦੀ ਕਰਨੀ ਹੈ।
ਜਦੋਂ ਸ਼ਿਵ ਕੁਮਾਰ ਬਾਰੇ ਗੱਲ ਚੱਲਦੀ ਹੈ ਨਾ, ਉਹਦੀ ਸ਼ਾਇਰੀ ਦੇ ਨਾਲ ਨਾਲ ਹੋਰ ਬੜੀਆਂ ਗੱਲਾਂ ਚੱਲਦੀਆਂ। ਉਹ ਐਂ ਸੀ ਜਿਉਂ ਸੀ, ਲੇਕਿਨ ਮੈਂ ਸਿਰਫ ਸ਼ਿਵ ਨੂੰ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਇੱਕ ਸ਼ਾਇਰ ਦੇ ਤੌਰ 'ਤੇ, ਸਾਡਾ ਅਲਬੇਲਾ, ਸਾਡਾ ਅਜ਼ੀਮ ਸ਼ਾਇਰ। ਕਿਸੇ ਵੀ ਸ਼ਾਇਰ ਦੀ ਜਾਂ ਲੇਖਕ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਸੁਣਨ ਨੂੰ ਮਿਲਦਾ ਕਿ ਉਹਦੇ 'ਤੇ ਫਲਾਣੇ ਦਾ ਪ੍ਰਭਾਵ ਹੈ, ਉਸ ਦੀ ਸ਼ਾਇਰੀ ਤੇ ਉਹਦੇ ਸ਼ੇਅਰਾਂ 'ਤੇ ਇੱਦਾਂ ਦਾ ਪ੍ਰਭਾਵ ਹੈ। ਮੇਰੇ ਖਿਆਲ ਇੱਕ ਵਾਹਿਦ ਸ਼ਾਇਰ ਸਾਡੇ ਕੋਲ ਪੰਜਾਬੀ 'ਚ ਸ਼ਿਵ ਕੁਮਾਰ ਹੈ, ਜਿਹਦੇ 'ਤੇ ਸਿਰਫ ਉਹਦਾ ਆਪਦਾ ਹੀ ਪ੍ਰਭਾਵ ਸੀ, ਕਦੀ ਕਿਸੇ ਦਾ ਪ੍ਰਭਾਵ ਉਹਨੇ ਨਾ ਕਬੂਲਿਆ, ਤੇ ਉਹਦੀ ਸ਼ਾਇਰੀ ਉਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਕਹਿੰਦੇ ਨੇ ਨਾ, ਜਦੋਂ ਕੋਈ ਧਰਤੀ 'ਤੇ ਆਉਂਦਾ, ਕੋਈ ਕਾਰੋਬਾਰੀ ਬਣਦਾ, ਕੋਈ ਮਜ਼ਦੂਰ ਬਣਦਾ, ਕੋਈ ਇੰਜੀਨੀਅਰ ਬਣਦਾ, ਹਰੇਕ ਦੀ ਆਪਣੀ ਆਪਣੀ ਇੱਕ ਜੂਨ ਹੁੰਦੀ ਆ। ਜੇ ਸ਼ਿਵ ਕੁਮਾਰ ਦੀ ਗੱਲ ਕਰੀਏ ਤਾਂ ਸ਼ਿਵ ਕੁਮਾਰ ਸ਼ਾਇਰੀ ਦੀ ਜੂਨ 'ਚ ਜੀਆ ਅਤੇ ਸ਼ਾਇਰੀ ਦੀ ਜੂਨ 'ਚ ਹੀ ਮਰਿਆ ਸੀਗਾ। ਸ਼ਿਵ ਉਹਨਾਂ ਭਾਗਾਂ ਵਾਲੇ ਸ਼ਾਇਰਾਂ 'ਚੋਂ ਵੀ ਮੈਂ ਕਹਿੰਦਾ ਕਿ ਜਿਹਨੂੰ ਸਭ ਤੋਂ ਜ਼ਿਆਦਾ ਮੁਹੱਬਤ ਵੀ ਮਿਲੀ। ਛੋਟੀ ਜਿਹੀ ਉਮਰ, ਆਪਾਂ ਜਾਣਦੇ ਹੀ ਹਾਂ, ਸਾਰੇ ਤੁਰ ਗਿਆ। ਅੱਜ ਮੇਰੇ ਖਿਆਲ 48 ਸਾਲ ਦੇ ਲਗਭਗ ਹੋ ਗਏ ਨੇ। ਹਰੇਕ ਸ਼ਾਇਰ ਦੀ ਹਰੇਕ ਵਿਧਾ ਦੀ ਪਛਾਣ ਉਹਦੀ ਆਪਣੇ ਪੰਜਾਬੀ ਦੇ ਪਾਠਕਾਂ ਤੱਕ ਅਲੱਗ-ਅਲੱਗ ਤਰ੍ਹਾਂ ਹੁੰਦੀ ਹੈ। ਕੁਛ ਦੀ ਕੁਛ ਖਿੱਤੇ ਤੱਕ ਹੁੰਦੀ ਹੈ, ਜ਼ਿਲ੍ਹਿਆਂ ਤੱਕ ਹੁੰਦੀ ਹੈ। ਔਰ ਮੈਨੂੰ ਖੁਸ਼ੀ ਹੈ, ਨਾਜ਼ ਹੈ ਕਿ ਜਦੋਂ ਸ਼ਿਵ ਦੀ ਗੱਲ ਅਸੀਂ ਹਿੰਦੁਸਤਾਨ ਦੇ ਹੀ ਨਹੀਂ, ਦੁਨੀਆ ਭਰ ਦੇ ਹੋਰ ਭਾਸ਼ਾਵਾਂ 'ਚ ਵੀ ਜਦੋਂ ਗੱਲ ਕਰਦੇ ਹਾਂ ਜਾ ਕੇ, ਉਹਨਾਂ ਨੇ ਪਤਾ ਨਹੀਂ ਉਹਨੂੰ ਪੜ੍ਹਿਆ ਕਿ ਨਹੀਂ ਪੜ੍ਹਿਆ, ਪਰ ਸ਼ਿਵ ਨੂੰ ਨਾਂ ਤੋਂ ਜਾਣਦੇ ਆ। ਸਾਨੂੰ ਪੰਜਾਬੀਆਂ ਨੂੰ ਇਸ ਗੱਲ 'ਤੇ ਮਾਣ ਹੋਣਾ ਚਾਹੀਦਾ। ਇੱਕ ਹੋਰ ਗੱਲ, ਸ਼ਿਵ ਦੇ ਨਾਂ ਆਉਂਦਿਆਂ ਸਾਰੀ ਅਸੀਂ ਬਿਰਹਾ ਦਾ ਸੁਲਤਾਨ ਕਹਿ ਦਿੰਦੇ ਹਾਂ, ਅਤੇ ਜਾਂ ਲੂਣਾ ਦੀ ਗੱਲ ਕਰਦੇ ਹਾਂ। ਕੁਛ ਇੱਕ ਉਹਦੇ ਐਸੇ ਗੀਤ ਗਜ਼ਲਾਂ ਨੇ ਜਿਹੜੀਆਂ ਸਾਡੀ ਜ਼ੁਬਾਨ 'ਤੇ ਨੇ, ਫਿਲਮਾਂ 'ਚ ਆ ਚੁੱਕੀਆਂ ਨੇ। ਲੇਕਿਨ ਜਿਹੜਾ ਉਹਦਾ ਇੱਕ ਬਹੁਤ ਖੂਬਸੂਰਤ ਪੱਖ ਸੀ, ਸ਼ਿਵ ਦੇ ਗੀਤ ਜਿਹੜੇ ਆ, ਸ਼ਿਵ ਦੇ ਗੀਤ, ਜਿੰਨੀ ਉਹਨੂੰ ਪਿੰਡਾਂ ਦੀ ਜਾਣਕਾਰੀ ਸੀ, ਉਹਦੇ ਗੀਤ ਕਦੀ ਜਾ ਕੇ ਭੱਠੀ 'ਤੇ ਜਾ ਬਹਿੰਦੇ ਆ, ਉਹ ਪਿੰਡਾਂ ਦੀ ਗੱਲ ਕਰਦੇ, ਪਿੰਡ ਦੀ ਕੁੜੀ ਦੀ, ਪਿੰਡ ਦੀ ਬਿਰਹਾ ਦੀ, ਦੁੱਖ ਦੀ ਗੱਲ ਕਰਦੇ ਆ। ਮੈਂ ਕੁਛ ਇੱਕ ਗੀਤਾਂ ਦੀਆਂ ਲਾਈਨਾਂ ਜ਼ਰੂਰ ਸਾਂਝੀਆਂ ਕਰਨਾ ਚਾਹੂੰਗਾ, ਜਿਨ੍ਹਾਂ 'ਚੋਂ ਕੁਛ ਤਾਂ ਤੁਸੀਂ ਸੁਣੀਆਂ ਹੋਣਗੀਆਂ, ਕੁਛ ਸ਼ਾਇਦ ਤੁਹਾਡੀ ਨਾ ਜਾਣਕਾਰੀ 'ਚ ਆਈਆਂ ਹੋਣ। ਜਿੱਦਾਂ ਕਿ ਅਸੀਂ ਕੱਚੀਆਂ ਅਨਾਰਾਂ ਦੀਆਂ ਟਾਹਣੀਆਂ, ਅਸੀਂ ਕੱਚੀਆਂ ਅਨਾਰਾਂ ਦੀਆਂ ਟਾਹਣੀਆਂ, ਪਈਆਂ ਪਈਆਂ ਝੂਮ ਵੇ ਰਹੀਆਂ। ਅਸੀਂ ਜੰਗਲੀ ਹਿਰਣ ਦੀਆਂ ਅੱਖੀਆਂ, ਪਈਆਂ ਪਈਆਂ ਬਲ ਵੇ ਰਹੀਆਂ। ਅਤੇ ਅਸੀਂ ਕੱਚਿਆਂ ਘਰਾਂ ਦੀਆਂ ਕੰਧਾਂ, ਪਈਆਂ ਪਈਆਂ ਭੁਰ ਵੇ ਰਹੀਆਂ। ਹੁਣ ਉਹ ਕਿੱਥੇ ਕਿੱਥੇ ਪਹੁੰਚਦੀ ਉਹਦੀ ਸ਼ਾਇਰੀ ਇੱਕ ਗੀਤ ਦੇ ਵਿੱਚ। ਸ਼ੀਸ਼ੇ ਨੂੰ ਤਰੇੜ ਪੈ ਗਈ ਤਾਂ ਮੇਰੇ ਖਿਆਲ ਅਸੀਂ ਬੱਚੇ ਬੱਚੇ ਦੀ ਜ਼ੁਬਾਨ 'ਤੇ, ਪਰ ਉਹਦੇ ਵਿੱਚ ਜਿੱਥੇ ਉਹ ਕਹਿੰਦਾ ਮੇਰੀ ਸੱਸ ਕਿਹੜਾ ਉਸ ਚੰਦਰੀ ਦਾ ਮੇਰੀ ਲਾਚੀਆਂ ਦਾ ਬਾਗ ਉਜਾੜਿਆ, ਸ਼ੀਸ਼ੇ ਨੂੰ ਤਰੇੜ ਪੈ ਗਈ। ਤਾਂ ਇੱਦਾਂ ਹੀ ਇੱਕ ਹੋਰ ਹੈ, ਮੈਂ ਤੁਹਾਨੂੰ ਦੱਸਦਾ ਕਿ ਨਰਮੇ ਦੇ ਫੁੱਲ ਜਿਹਾ ਲੌਂਗ ਮੇਰੇ ਨੱਕ ਦਾ, ਨਰਮੇ ਦੇ ਫੁੱਲ ਜਿਹਾ ਲੌਂਗ ਮੇਰੇ ਨੱਕ ਦਾ, ਅਤੇ ਇੱਕ ਗਿੱਠ ਮਰ ਕੇ ਵੇ ਮੇਚਾ ਮੇਰੇ ਲੱਕ ਦਾ। ਹੁਣ ਆ ਵੀ ਸ਼ਾਇਦ ਨਹੀਂ ਕਿਤੇ ਫੜੇ ਗਏ ਪੰਜਾਬੀ 'ਚ। ਜੁੱਤੀ ਲੈਣੀ ਪੋਠੋ ਹਾਰ ਦੀ, ਇੱਥੇ ਦੇਖੋ, ਜੁੱਤੀ ਲੈਣੀ ਪੋਠੋ ਹਾਰ ਦੀ, ਜਿਹੜੀ ਪੈਰ ਦੇ ਕਲੇਜੇ ਲੱਗ ਜਾਵੇ, ਜਦ ਪਾਵਾਂ ਵੇ ਤੇਰੀ ਯਾਦ ਆਵੇ, ਜਦ ਪਾਵਾਂ ਵੇ। ਅਤੇ ਇੱਕ ਹੋਰ ਖੂਬੀ ਜਿਹੜੀ ਆਪਾਂ ਜਾਣਦੇ ਹਾਂ, ਫੋਟੋਆਂ 'ਚ ਦੇਖਦੇ ਹਾਂ, ਸ਼ਿਵ ਬਹੁਤ ਸੁਨੱਖਾ ਸੀ, ਲੰਮਾ ਲੰਜਾ। ਜਦੋਂ ਸਟੇਜ 'ਤੇ ਜਾਣਾ, ਸਵੇਰ ਦੇ ਬੜੇ ਸੁਨੇਹੇ ਆ ਰਹੇ ਨੇ, ਫੇਸਬੁੱਕ 'ਤੇ ਬੜੀ ਚਰਚਾ ਹੋ ਰਹੀ ਆ, ਕਈ ਗੱਲਾਂ ਦੀ ਹੋ ਰਹੀ ਆ, ਪਰ ਮੈਂ ਸਿਰਫ ਉਹਦਾ ਖੂਬਸੂਰਤੀ ਦਾ, ਉਹਦੀ ਸ਼ਾਇਰੀ ਦੀ ਗੱਲ ਹੀ ਕਰ ਰਿਹਾ। ਬੜਾ ਖੂਬਸੂਰਤ ਸੀ। ਮੈਨੂੰ ਥੋੜ੍ਹਾ ਜਿਹਾ ਇੰਨਾ ਵੀ ਮਾਣ ਹੈ ਕਿ ਉਹ ਮੇਰੇ ਨਿਰੰਜਨ ਸਿੰਘ ਨੂਰ ਚਾਚਾ ਜੀ ਸੀਗੇ। ਮੇਰੇ ਕੋਲ ਇੱਕ ਅਜੀ ਪੁਰਾਣੀ ਹਿੰਦੁਸਤਾਨ ਫੋਟੋ ਪਈ ਹੈ, ਜਿਹ 'ਚ ਸਾਹਰ ਲੁਧਿਆਣਵੀ, ਨੂਰ ਸਾਹਿਬ, ਆਪਣੇ ਸ਼ਿਵ ਹੋਣੀ, ਇੱਕ ਕ੍ਰਿਸ਼ਨ ਅਦੀਬ ਹੁੰਦੇ ਸੀ ਉਰਦੂ ਦੇ ਸ਼ਾਇਰ, ਲੰਮੇ ਸਲੰਮੇ ਸੋਹਣੇ ਸੁਨੱਖੇ, ਚੌੜੀਆਂ ਵੈਲਵੈਟਾਂ ਪੈਂਟਾਂ ਪਾਈਆਂ, ਸ਼ਿਮਲੇ ਦੇ ਰਿੱਜ 'ਤੇ ਖੜ੍ਹੇ ਆ। ਤਾਂ ਇੱਦਾਂ ਦੀ ਉਦੋਂ ਜੀਵਨ ਹੁੰਦਾ ਸੀ। ਅੱਜ ਸ਼ਾਇਦ ਅਸੀਂ ਹੋਰ ਪਾਸੇ ਨੂੰ ਤੁਰੇ ਹੋਏ ਹਾਂ, ਸਾਡੇ 'ਚ ਜਿਹੜੀ ਸਹਿਜ ਹੈ ਹੌਲੀ ਹੌਲੀ ਖ਼ਤਮ ਹੁੰਦਾ ਜਾਂਦਾ। ਆਪਾਂ ਅੱਜ ਜਿਹੜੇ ਗੱਲ ਕਰ ਰਹੇ ਹਾਂ, ਸ਼ਿਵ ਦੇ ਤੁਰ ਜਾਣ ਦੀ ਗੱਲ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਸ਼ਿਵ ਕਿਤੇ ਵੀ ਨਹੀਂ ਤੁਰਿਆ। ਇੱਕ ਗੀਤ ਹੈ ਨਾ ਸ਼ਿਵ ਦਾ ਕਿ ਮੈਨੂੰ ਲੱਗਾ ਮੇਰੀ ਵੱਖੀ ਨਾਲ ਜਾਪੇ, ਹਾਏ ਨੀ ਮੁੰਡਾ ਲੰਬੜਾਂ ਦਾ। ਤਾਂ ਦੋਸਤੋ, ਸ਼ਿਵ ਦੀ ਜਿਹੜੀ ਸ਼ਾਇਰੀ ਹੈ ਨਾ, ਉਹ ਤਾਂ ਹਰੇਕ ਪੰਜਾਬੀ ਦੀ ਵੱਖੀ ਨਾਲ ਲੱਗੀ ਤੁਰਦੀ ਹੈ। ਸਾਡਾ ਸ਼ਿਵ ਕਿਤੇ ਵੀ ਨਹੀਂ ਗਿਆ, ਉਹਦੇ ਗੀਤ ਅਮਰ ਨੇ ਅਤੇ ਸਾਡੇ ਨਾਲ ਤੁਰੇ ਫਿਰਦੇ ਆ। ਬਹੁਤ ਬਹੁਤ ਸ਼ੁਕਰੀਆ ਚੰਦ ਸਾਹਿਬ, ਮਿਹਰਬਾਨੀ। ਧੰਨਵਾਦ ਦੋਸਤੋ। ਦੋਸਤੋ, ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਬਾਰੇ ਗੱਲਬਾਤ ਕੀਤੀ ਅਸੀਂ ਇੱਕ ਸ਼ਾਇਰ ਦੇ ਨਾਲ, ਕੁਲਵਿੰਦਰ ਚਾਂਦ ਦੇ ਨਾਲ। ਸਰੀ ਦੇ ਵਿੱਚ ਅੱਜ ਅਸੀਂ ਉਸ ਮਹਾਨ ਸ਼ਾਇਰ ਨੂੰ
ਯਾਦ ਵੀ ਕਰ ਰਹੇ ਹਾਂ। ਪੰਜਾਬੀ ਦਾ ਸ਼ਾਇਰ ਜਦੋਂ ਦੁਨੀਆ ਦੇ ਵਿੱਚ ਜਿਹੜੀ ਚੰਗੀ ਪੋਇਟਰੀ ਦੀ ਗੱਲਬਾਤ ਹੁੰਦੀ ਹੈ ਤਾਂ ਉਹਦੇ ਵਿੱਚ ਪੰਜਾਬੀ ਦਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਆਉਂਦਾ। ਉਹਦੀ ਲੂਣਾ, ਉਹਦੇ ਬਿਰਹਾਂ ਦੇ ਗੀਤ, ਔਰ ਜਿਸ ਤਰੀਕੇ ਦੇ ਨਾਲ ਉਹਨੇ ਲੂਣਾ ਦੇ ਵਿੱਚੋਂ ਜਿਵੇਂ ਚਾਂਦ ਸਾਹਿਬ ਨੇ ਕਿਹਾ ਕਿ ਬਿੰਬ ਜਿਹੜੇ ਸ਼ਿਵ ਨੇ ਸਿਰਜੇ ਸ਼ਾਇਦ ਉਹ ਕਿਸੇ ਦੇ ਹਿੱਸੇ ਨਹੀਂ ਆਏ। ਅੱਜ ਇੱਕ ਬਹੁਤ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਕੋਲ ਆਏ ਹਾਂ। ਮਾਮਲਾ ਅਮਰੀਕਾ ਦਾ ਆ, ਪਰ ਉਹਦਾ ਕਿਤੇ ਨਾ ਕਿਤੇ ਅਸੀਂ ਕੈਨੇਡਾ ਦੇ ਉੱਤੇ ਪ੍ਰਭਾਵ ਵੀ ਜਾਣਨਾ ਚਾਹੁੰਦੇ ਹਾਂ। ਮਾਮਲਾ ਇੱਕ ਅਬੋਰਸ਼ਨ ਦਾ ਆ ਕਿ ਅਮਰੀਕਾ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਇੱਕ ਮਾਮਲਾ ਚੱਲ ਰਿਹਾ ਕਿ ਅਬੋਰਸ਼ਨ ਦੇ ਉੱਤੇ ਉੱਥੇ ਕਾਨੂੰਨ ਬਣ ਰਿਹਾ, ਉਹ ਬਣਨਾ ਜਾਂ ਨਹੀਂ ਬਣਨਾ, ਕਿ ਬੱਚੇ ਨੂੰ ਕੁੱਖ ਦੇ ਵਿੱਚੋਂ ਉਹਨੂੰ ਜਿਹੜਾ ਉਹਨੂੰ ਅਬੋਰਟ ਕਰਨਾ, ਗਰਭਪਾਤ ਕਰਨਾ, ਇਹ ਔਰਤ ਦਾ ਅਧਿਕਾਰ ਆਪਣਾ ਹੋਣਾ ਚਾਹੀਦਾ। ਜਦੋਂ ਚਾਹਵੇ ਇੱਦਾਂ ਕਰ ਸਕਦੀ ਆ, ਜਾਂ ਇਹਦੇ ਉੱਤੇ ਸਰਕਾਰ ਦਖਲਅੰਦਾਜ਼ੀ ਕਰ ਸਕਦੀ ਆ, ਜਾਂ ਡਾਕਟਰ ਉਹਨੂੰ ਦੱਸਣਗੇ। ਇਸ ਮਾਮਲੇ ਦੇ ਉੱਤੇ ਅਮਰੀਕਾ ਦੇ ਵਿੱਚ ਪੂਰੀ ਦੀ ਪੂਰੀ ਸਿਆਸਤ ਵੰਡੀ ਆ ਇਸ ਵੇਲੇ। ਮਿਡ ਟਰਮ ਇਲੈਕਸ਼ਨ ਦੇ ਉੱਤੇ ਵੀ ਇਸ ਮੁੱਦੇ ਦਾ ਅਸਰ ਪੈ ਰਿਹਾ। 69 ਦਾ ਰੋ ਵਰਸਸ ਵੇਡ ਮਾਮਲਾ, ਉਹਨੂੰ ਓਵਰਟਰਨ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਕਿ ਕੁਝ ਸੀਕ੍ਰੇਟ ਡਾਕੂਮੈਂਟ ਸੁਪਰੀਮ ਕੋਰਟ ਦੇ ਅਮਰੀਕਾ ਦੇ ਵਿੱਚ ਲੀਕ ਹੋਏ ਆ। ਹੁਣ ਇਹ ਅਬੋਰਸ਼ਨ ਜਾਣੀ ਕਿ ਜਦੋਂ ਗਰਭ ਧਾਰਨ ਹੋ ਜਾਂਦਾ ਉਹਦੇ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਣਾ, ਇਹ ਮਰਜ਼ੀ ਕਿਹਦੀ ਆ? ਕੈਨੇਡਾ ਦਾ ਕਾਨੂੰਨ ਇਹਦੇ ਮਾਮਲੇ 'ਚ ਕੀ ਕਹਿੰਦਾ, ਤੇ ਇੰਨਾ ਸੈਂਸਿਟਿਵ ਇਸ਼ੂ ਕਿਉਂ ਇਸ ਵੇਲੇ ਬਣਿਆ? ਡਾਕਟਰ ਸਾਹਿਬ, ਕੈਨੇਡਾ ਦੇ ਵਿੱਚ ਜਿਹੜਾ ਜੋ ਅਮਰੀਕਾ ਦੇ ਵਿੱਚ ਇਸ ਵੇਲੇ ਹੋ ਰਿਹਾ, ਜੇ ਉਹਨੂੰ ਇੱਥੇ ਦੇਖੀਏ ਤਾਂ ਇੱਥੇ ਵੀ ਇਹ ਮਾਮਲਾ ਹੈਗਾ ਜਾਂ ਸੀਗਾ ਕਦੇ ਵੀ? ਔਰਤ ਅਬੋਰਸ਼ਨ ਆਪਣੀ ਮਰਜ਼ੀ ਨਾਲ ਕਰਵਾ ਸਕਦੀ ਜਾਂ ਨਹੀਂ? ਹਾਂਜੀ, 1988 ਤੋਂ ਪਹਿਲਾਂ ਇੱਥੇ ਵੀ ਜਿਹੜਾ ਹੈਗਾ ਇਹਦੇ ਉੱਤੇ ਆਪਾਂ ਇਹਨੂੰ ਇੱਕ ਕ੍ਰਿਮੀਨਲ ਨਜ਼ਰ ਦੇ ਨਾਲ ਦੇਖਦੇ ਸੀ। ਔਰ ਡਾਕਟਰ ਮੋਰਗਨ ਟੇਲਰ ਜਿਹੜੇ ਮਤਲਬ ਇਲੀਗਲੀ ਵੀ ਉਹ ਔਰਤਾਂ ਦੇ ਲਈ ਅਬੋਰਸ਼ਨ ਕਰਦੇ ਰਹੇ, ਉਹਨਾਂ ਨੂੰ ਜੇਲ੍ਹ ਵੀ ਹੋਈ। ਫਿਰ 1988 ਦੇ ਵਿੱਚ ਇਹ ਮਾਮਲਾ ਬਣਿਆ ਵੀ ਨਹੀਂ, ਔਰਤਾਂ ਦਾ ਇਹ ਹੱਕ ਬਣਦਾ ਕਿਉਂਕਿ ਉਹਨਾਂ ਦਾ ਸਰੀਰ ਆ, ਉਹਨਾਂ ਦੀ ਕੁੱਖ 'ਚ ਬੱਚਾ ਪਨਪ ਰਿਹਾ। ਸੋ ਕੈਨੇਡਾ ਦੇ ਵਿੱਚ ਉਹਨਾਂ ਨੂੰ ਫਿਰ ਸਾਰੇ ਸੂਬਿਆਂ ਨੇ, ਸਾਰੇ ਪ੍ਰੋਵਿੰਸ ਨੇ ਤੇ ਟੈਰੀਟਰੀਜ਼ ਨੇ ਮਾਨਤਾ ਦਿੱਤੀ। ਹੁਣ ਗਰਭਪਾਤ ਜਿਹੜਾ ਹੈਗਾ ਨਾ 20 ਹਫ਼ਤੇ ਤੋਂ ਪਹਿਲਾਂ ਕਰ ਸਕਦੇ ਆ। ਆਮ ਜਿਹੜੀ ਬੱਚੇ ਦੀ ਜਿਹੜੀ ਆਯੂ 40 ਹਫ਼ਤੇ ਦੀ ਆ। ਸੋ 20 ਹਫ਼ਤੇ ਤੋਂ ਬਾਅਦ ਕਈ ਵਾਰ ਬੱਚਾ ਮਾਂ ਦੇ ਕੁੱਖ 'ਚ ਸਾਹ ਵੀ ਲੈਣ ਲੱਗ ਪੈਂਦਾ, ਇਹ ਵੀ ਸਾਨੂੰ ਪਤਾ। ਸੋ ਉਹਦੇ ਲੰਗਸ ਡਿਵੈਲਪ ਹੋ ਜਾਂਦੇ ਆ, ਫਿਰ ਤਾਂ ਇੱਕ ਮਰਡਰ ਦੇ ਦਿਸ਼ਾ 'ਚ ਜਾਊਗਾ। ਲੇਕਿਨ ਕਿਉਂਕਿ ਬੜਾ ਸੈਂਸਿਟਿਵ ਟੌਪਿਕ ਹੈਗਾ, ਇਹਦੇ ਵਿੱਚ ਧਰਮ ਵੀ ਇਨਵੋਲਵ ਹੋ ਜਾਂਦਾ, ਚਰਚ ਵੀ ਇਨਵੋਲਵ ਹੋ ਜਾਂਦਾ, ਮਾਂ ਬਾਪ ਦੀ ਭਾਵਨਾਵਾਂ ਵੀ ਇਨਵੋਲਵ ਹੋ ਜਾਂਦੀ। ਔਰ ਇਸ ਵੇਲੇ ਤਾਂ ਪੋਲੀਟੀਕਲ ਹੌਟ ਡਿਬੇਟ ਜਿਹੜਾ ਅਮਰੀਕਾ 'ਚ ਚੱਲ ਰਿਹਾ 1973 ਦਾ ਰੋ ਵਰਸਿਸ ਵੇਡ, ਜਿਹਦੇ ਵਿੱਚ ਉਹ ਇਹ ਡਿਸਕਸ਼ਨ ਲੈ ਕੇ ਆ ਰਹੇ ਆ ਵੀ ਇਹਨੂੰ ਆਪਾਂ ਸਾਰੇ ਸਟੇਟ ਦੇ ਹੱਥ 'ਚ ਦੇ ਦੇਵਾਂਗੇ ਬਜਾਏ ਕਿ ਇੱਕ ਮਤਲਬ ਕੰਟਰੀ ਦਾ ਕਾਨੂੰਨ ਆ। ਹੁਣ ਜਿਹੜੇ ਰਿਪਬਲਿਕਨ ਸਟੇਟਸ ਹੈਗੇ ਆ ਉਹ ਬਹੁਤਾ ਕਰਕੇ ਕਾਨੂੰਨ ਨਹੀਂ ਬਣਾਉਣਗੇ ਅਬੋਰਸ਼ਨ ਦਾ, ਉਹ ਇਹਦੇ ਹੱਕ 'ਚ ਨਹੀਂ ਆ। ਔਰ ਜਿਹੜੇ ਡੈਮੋਕ੍ਰੇਟ ਸਟੇਟ ਆ ਉਹ ਮੋਸਟ ਲਾਈਕਲੀ ਕਾਨੂੰਨ ਬਣਾਉਣਗੇ। ਹੁਣ ਕੈਨੇਡਾ ਦੇ ਵਿੱਚ ਇਸ ਵੇਲੇ 78% ਦੀ ਲੋਕ ਜਿਹੜੇ ਹੈਗੇ ਆ ਇਸ ਗੱਲ ਨੂੰ ਮੰਨਦੇ ਆ, ਲੇਕਿਨ 22% ਅਜੇ ਵੀ ਕੈਨੇਡੀਅਨ ਜਿਹੜੇ ਹੈਗੇ ਉਹ ਇਸ ਹੱਕ 'ਚ ਨਹੀਂ ਆ ਵੀ ਇਹਦੇ ਉੱਤੇ ਕਾਨੂੰਨ ਹੋਣਾ ਚਾਹੀਦਾ ਹੈ ਜਾਂ ਖੁੱਲ੍ਹੀ ਛੁੱਟੀ ਹੋਣੀ ਚਾਹੀਦੀ ਆ। ਲੇਕਿਨ ਜਦੋਂ ਆਪਾਂ 78% ਕਹੀਏ ਤਾਂ ਮੈਜੋਰਿਟੀ ਆਪਾਂ ਉਹਨੂੰ ਗਿਣ ਸਕਦੇ ਹਾਂ। ਇਸ ਵੇਲੇ ਪਿਛਲੇ ਸਾਲ BC 'ਚ 12,000 ਅਬੋਰਸ਼ਨ ਹੋਇਆ, ਗਰਭਪਾਤ ਹੋਇਆ, ਔਰ 40% ਉਹ ਮੈਡੀਕਲ ਹੋਇਆ। ਮੈਡੀਕਲ ਕਰਨਾ ਬੜਾ ਸੌਖਾ, ਲੇਕਿਨ ਮੁੱਢਲੇ 12 ਹਫ਼ਤੇ ਦੇ ਵਿੱਚ ਉਹ ਅਸਰ ਕਰਦਾ। ਬੈਸਟ ਇਹ ਆ 10 ਹਫ਼ਤੇ ਤੋਂ ਪਹਿਲਾਂ ਆਪਾਂ ਕਰ ਲਈਏ ਤਾਂ। ਉਹਦੇ ਵਿੱਚ 2 ਕਿਸਮ ਦੀਆਂ ਗੋਲੀਆਂ ਹੁੰਦੀਆਂ ਅਤੇ ਮਹਿੰਗੀ ਦਵਾਈ ਆ। 2015 'ਚ ਲਾਇਸੈਂਸ ਹੋਈ ਸੀ ਅਤੇ ਉਹਦੇ ਬਾਅਦ ਗੌਰਮੈਂਟ ਨੇ ਦੇਖਿਆ ਵੀ ਕਈ ਔਰਤਾਂ ਝਿਜਕ ਰਹੀਆਂ, ਸੋ ਉਹਨੂੰ ਫ੍ਰੀ ਕਰ ਦਿੱਤਾ ਗਿਆ 2018 ਤੋਂ ਬਾਅਦ। ਤਾਂ ਉਹਦੇ ਨਾਲ ਕਰੀਬਨ 22-23% ਸੀ। ਅਮਰੀਕਾ 'ਚ 25% ਮੈਡੀਕਲ ਅਬੋਰਸ਼ਨ ਹੁੰਦਾ, ਲੇਕਿਨ 75% ਅਜੇ ਵੀ ਸਰਜੀਕਲ ਅਬੋਰਸ਼ਨ ਹੁੰਦਾ। ਕੈਨੇਡਾ 'ਚ 40% ਮੈਡੀਕਲ ਹੈ, 60% ਸਰਜੀਕਲ। ਹੁਣ ਸਰਜੀਕਲ ਅਬੋਰਸ਼ਨ ਦਾ ਮਤਲਬ ਇਹ ਆ ਵੀ ਤੁਹਾਨੂੰ ਹਸਪੀਟਲ ਜਾਣਾ ਪੈਣਾ। ਫਿਰ ਜਿਹੜੀ ਬੱਚੇਦਾਨੀ ਆ ਉਹਦਾ ਮੂੰਹ ਆ, ਉਹ ਸਰਵਿਕਸ ਆ, ਉਹਦੇ 'ਚੋਂ ਲੈਮੀਨੇਰੀਆ ਟੈਂਟ ਪਾ ਕੇ ਉਹਨੂੰ ਖੋਲ੍ਹਦੇ ਆ। ਫਿਰ ਉਹਦੇ 'ਚ ਤੁਸੀਂ ਸਕਰੇਪ ਕਰਨਾ, ਉਹਨੂੰ ਕਹਿੰਦੇ ਡਾਇਲੇਟੇਸ਼ਨ ਐਂਡ ਕਿਊਰੇਟਾਜ। ਸੋ ਕਈ ਵਾਰ ਕੰਪਲੀਕੇਸ਼ਨ ਹੁੰਦੀ ਹੈ, ਬਲੀਡਿੰਗ ਹੁੰਦੀ ਆ, ਰਪਚਰ ਹੋ ਸਕਦਾ, ਇਨਫੈਕਸ਼ਨ ਹੋ ਸਕਦਾ। ਸੋ ਹੁਣ ਜਿਹੜੀ ਔਰਤ ਹੈਗੀ ਆ, ਅਗਰ ਉਹ ਸ਼ਹਿਰ 'ਚ ਰਹਿ ਰਹੀ ਆ, ਉਹ ਤਾਂ ਘਰੋਂ ਚਲੀ ਗਈ, ਸ਼ਾਮੀ ਆ ਗਈ ਜਾਂ ਉੱਥੇ ਐਡਮਿਟ ਹੋ ਗਈ। ਬਟ ਲੈਟਸ ਸੇ ਵੀ ਕੋਈ ਪ੍ਰਿੰਸ ਰੂਪਰਟ ਤੋਂ ਆ ਰਿਹਾ ਹੈ ਨਾ, ਉਹਨੂੰ ਪਹਿਲਾਂ ਪਲੇਨ ਫੜ ਕੇ ਆਉਣਾ ਪੈਣਾ, ਉਹਦੇ ਨਿੱਕੇ ਨਿਆਣੇ ਆ, ਫੈਮਿਲੀ ਉਹਨੂੰ ਛੱਡ ਕੇ ਆਉਣੀ ਪੈਣੀ ਆ। ਇੱਥੇ ਹਫ਼ਤਾ 10 ਦਿਨ ਵੀ ਲੱਗ ਸਕਦੇ ਕਈ ਵਾਰ ਪ੍ਰੀਪਰੇਸ਼ਨ 'ਚ, ਐਕਟ 'ਚ ਅਤੇ ਉਹਦੇ ਬਾਅਦ ਵੀ। ਸੋ ਫਿਜ਼ੀਬਿਲਿਟੀ ਜਿਹੜੀ ਹੈਗੀ ਹੈ ਰੂਰਲ ਏਰੀਆ 'ਚ ਇਸ ਵੇਲੇ ਵੀ 30 ਤੋਂ 40% ਔਰਤਾਂ ਕੈਨੇਡਾ ਦੀਆਂ ਜਿਹੜੀਆਂ ਉਹਨਾਂ ਨੂੰ ਫਿਜ਼ੀਬਿਲਿਟੀ ਨਹੀਂ ਹੈਗੀ। ਅਤੇ ਮੈਡੀਕਲ ਜਿਹੜਾ ਅਬੋਰਸ਼ਨ ਹੈ ਉਹ ਘਰੇ ਹੀ ਹੋ ਜਾਂਦਾ। ਇਸ ਵੇਲੇ ਵੈਂਕੂਵਰ 'ਚ ਇੱਕ ਵਰਚੁਅਲ ਕਲੀਨਿਕ ਵੀ ਹੈਗੀ ਹੈ ਜਿਹੜੀ ਤੁਹਾਨੂੰ ਕਾਉਂਸਲਿੰਗ ਦੇ ਰਹੀ ਹੈ ਔਰਤਾਂ ਨੂੰ, ਔਰ ਬਹੁਤ ਸਾਰੀ ਔਰਤਾਂ ਘਰੇ ਕਰਦੀਆਂ। ਹੁਣ ਦੇਖੋ ਮੇਰੇ ਹਿਸਾਬ ਦੇ ਨਾਲ
ਚਲੋ ਬੱਚਾ ਬਣਾਉਣ ਦੇ ਲਈ ਔਰਤ ਔਰ ਮਰਦ ਦੀ ਲੋੜ ਪੈਂਦੀ ਆ, ਲੇਕਿਨ ਬੱਚਾ ਮਾਂ ਦੀ ਕੁੱਖ 'ਚ ਹੀ ਪਨਪ ਰਿਹਾ। ਅਗਰ ਉਹਦੀ ਭਾਵਨਾ ਹੈਗੀ ਮੈਂ ਨਹੀਂ ਰੱਖਣਾ ਹੈ ਨਾ, ਸੋ ਉਹਨੂੰ ਪਹਿਲ ਦੇਣੀ ਚਾਹੀਦੀ ਆ। ਔਰ ਉਹਦੇ ਵੱਖ-ਵੱਖ ਕਾਰਨ ਹੋ ਸਕਦੇ ਆ, ਅਸੀਂ ਉਹ ਕਾਰਨਾਂ ਦੇ ਵਿੱਚ ਇਸ ਵੇਲੇ ਨਹੀਂ ਜਾਣਾ। ਲੇਕਿਨ ਜਦੋਂ ਇਹ 1988 'ਚ ਸੁਪਰੀਮ ਕੋਰਟ ਨੇ ਡਿਸੀਜਨ ਲਿੱਤਾ, ਫਿਰ ਵੀ ਕੈਨੇਡਾ 'ਚ ਕਾਨੂੰਨ ਬਣ ਨਾ ਪਾਇਆ। ਜਦੋਂ ਕਾਨੂੰਨ ਬਣਨਾ ਪੈਂਦਾ ਉਦੋਂ ਜਿਹੜੀ ਚਾਰਟਰ ਆਫ ਰਾਈਟ ਆ ਉਹਦੇ ਵਿੱਚ ਅਮੈਂਡਮੈਂਟ ਕਰਨੀ ਪੈਂਦੀ ਆ, ਔਰ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਹੈ ਕਰ ਨਹੀਂ ਪਾਈ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ 1988 'ਚ ਬ੍ਰਾਇਨ ਮੁਲਰਨੀ ਦਾ ਟਾਈਮ ਸੀ ਜਦੋਂ ਇਹ ਹੋਇਆ, ਉਦੋਂ ਵੀ ਬ੍ਰਾਇਨ ਮੁਲਰਨੀ ਸਾਹਿਬ ਕਾਨੂੰਨ ਨਹੀਂ ਬਣਾ ਸਕੇ। ਇਸ ਵੇਲੇ 6 ਸਾਲ ਹੋ ਗਏ ਆ ਲਿਬਰਲ ਸਰਕਾਰ, ਭਾਵੇਂ ਇਸ ਵੇਲੇ ਮਾਈਨੋਰਿਟੀ ਆ, ਉਹ ਵੀ ਕਾਨੂੰਨ ਨਹੀਂ ਬਣਾ ਸਕਿਆ। ਲੇਕਿਨ ਇਹਦੇ ਵਿੱਚ ਉਹ $45 ਮਿਲੀਅਨ ਉਹਨਾਂ ਨੇ ਪਿਛਲੇ ਸਾਲ ਵੀ ਐਲੋਕੇਟ ਕੀਤਾ ਸੀ ਵੀ ਐਡੀਸ਼ਨਲ ਫੰਡਿੰਗ ਦੇਵਾਂਗੇ ਤਾਂ ਕਿ ਐਕਸੈਸਿਬਿਲਿਟੀ ਵਧੇ, ਕਲੀਨਿਕ ਵਧੇ। ਕੋਈ ਜਗ੍ਹਾ 'ਚ ਵੀ ਔਰਤ ਨੂੰ ਅਗਰ ਤਰਾਸਦੀ ਆ ਰਹੀ ਹੈ ਤਾਂ ਉਹਨਾਂ ਨੂੰ ਸਰਵਿਸ ਲੈਣ ਦੇ ਵਿੱਚ ਝਿਜਕ ਨਾ ਹੋਵੇ ਔਰ ਉਹਨਾਂ ਨੂੰ ਸਰਵਿਸ ਰਾਈਟ ਟਾਈਮ 'ਚ ਮਿਲੇ, ਕਿਉਂਕਿ ਅਗਰ 20 ਹਫ਼ਤੇ ਤੋਂ ਉੱਤੇ ਹੋ ਗਿਆ ਫਿਰ ਗਰਭਪਾਤ ਕਰਨਾ ਇਲੀਗਲ ਹੋ ਜਾਂਦਾ ਔਰ ਪੋਸੀਬਲ ਨਹੀਂ ਹੁੰਦਾ। ਡਾਕਟਰ ਸਾਹਿਬ, ਇਹ ਅਮਰੀਕਾ ਵਾਲੇ ਸਾਰੇ ਚੱਕਰ ਦਾ ਕੈਨੇਡਾ ਦੇ ਉੱਤੇ ਕੀ ਅਸਰ ਪੈ ਸਕਦਾ, ਜਾਂ ਕੈਨੇਡਾ ਵਾਲੇ ਉਧਰਲੇ ਪਾਸੇ ਜਾ ਸਕਦੇ ਆ ਜਾਂ ਉਧਰਲੇ ਇੱਧਰ ਆ ਸਕਦੇ ਆ? ਇਹਦਾ ਇੱਥੇ ਜਿਹੜੀ ਡਿਸਕਸ਼ਨ ਇਸ ਵੇਲੇ ਚੱਲ ਰਹੀ ਹੈ ਕੀ ਹੈ ਜੀ? ਦੇਖੋ, ਕੈਨੇਡਾ ਦੇ ਵਿੱਚ ਤੇ ਤੁਹਾਡੀ ਐਕਸੈਸਿਬਿਲਿਟੀ ਹੈਗੀ ਆ ਮੈਡੀਕਲ ਅਬੋਰਸ਼ਨ ਵਾਸਤੇ, ਸਰਜੀਕਲ ਅਬੋਰਸ਼ਨ ਵਾਸਤੇ। ਹੁਣ ਲੈਟਸ ਸੇ ਵੀ ਉੱਥੇ ਕਾਨੂੰਨ ਪਾਸ ਹੋ ਜਾਂਦਾ ਹੈ ਨਾ ਵੀ ਅਮਰੀਕਾ ਦੀ ਸਰਕਾਰ ਕਹਿੰਦੀ ਹੈ ਵੀ ਹਰ ਇੱਕ ਸਟੇਟ ਨੂੰ ਆਪਣਾ ਆਪਣਾ ਹੱਕ ਆ, ਰਿਪਬਲਿਕਨ ਕਹਿੰਦੇ ਵੀ ਅਸੀਂ ਅਬੋਰਸ਼ਨ ਜਿਹੜਾ ਹੈਗਾ ਉਹ ਇਲੀਗਲ ਕਰ ਦੇਣਾ, ਇੱਥੇ ਸਾਡੇ ਸਟੇਟ 'ਚ ਹੋ ਹੀ ਨਹੀਂ ਸਕਦਾ। ਫਿਰ ਉਹ ਨੇਬਰਿੰਗ ਸਟੇਟ 'ਚ ਜਾਣਗੇ। ਪਰ ਲੈਟਸ ਸੇ ਵੀ ਨੇਬਰਿੰਗ ਸਟੇਟ ਵੀ ਲਾਗੇ ਚਾਗੇ ਰਿਪਬਲਿਕਨ ਹੈ। ਕੈਲੀਫੋਰਨੀਆ ਇੱਕ ਡੈਮੋਕ੍ਰੇਟ ਸਟੇਟ ਹੈਗਾ ਜਿਹੜਾ ਉਹ ਕਹਿ ਰਿਹਾ ਵੀ ਸਾਡੇ ਵੱਲ ਆਓ, ਲੇਕਿਨ ਉਹਨਾਂ 'ਚ ਵਰਕਲੋਡ ਫਿਰ ਬਹੁਤ ਜ਼ਿਆਦਾ ਪਊਗਾ। ਲੇਕਿਨ ਜਿਹੜੀ ਅਮਰੀਕਨ ਔਰਤਾਂ ਹੈਗੀਆਂ ਉਹ ਅਗਰ ਕੈਨੇਡੀਅਨ ਬਾਰਡਰ 'ਚ ਰਹਿ ਰਹੀਆਂ ਔਰ ਕੈਨੇਡਾ ਆਉਣੀਆਂ ਚਾਹੁੰਦੀਆਂ ਤੇ ਜੀ ਸਦਕੇ ਸਾਡਾ ਹੈਲਥ ਕੇਅਰ ਸਿਸਟਮ ਉਹਨਾਂ ਨੂੰ ਅਕੋਮੋਡੇਟ ਕਰਨਾ ਚਾਹੁੰਦਾ, ਲੇਕਿਨ ਉਹ ਫਿਰ ਇੱਕ ਪ੍ਰਾਈਵੇਟ ਉਹਨਾਂ ਦੀ ਆਪਦੀ ਪਰਸਨਲ ਇੰਸ਼ੋਰੈਂਸ ਹੋਵੇ ਜਾਂ ਪ੍ਰਾਈਵੇਟ ਉਹਨਾਂ ਨੂੰ ਪੇ ਕਰਨਾ ਪਊਗਾ, ਕਿਉਂਕਿ ਹੈਲਥ ਕੈਨੇਡਾ ਜਿਹੜੀ MSP ਸਾਨੂੰ ਕਵਰ ਕਰਦੀ ਹੈ ਉਹਨੇ ਨਹੀਂ ਕਰਨਾ, ਕਿਉਂਕਿ ਫਿਰ ਉਹ ਫੋਰਨ ਸਿਟੀਜ਼ਨ ਹੋ ਗਏ। ਸੋ ਇਸ ਹਿਸਾਬ ਦੇ ਨਾਲ ਉਹਨਾਂ ਨੂੰ ਕਾਸਟ ਵੀ ਦੇਖਣਾ ਪੈਣਾ, ਆਪਣੇ ਪ੍ਰਾਈਵੇਟ ਇੰਸ਼ੋਰੈਂਸ ਦੇਖਣਾ ਪੈਣਾ। ਇਸ ਵੇਲੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜੀਆਂ ਸਾਡੀਆਂ ਲੇਡੀਜ਼ ਹੈ ਕੈਨੇਡਾ 'ਚ, ਲੈਟਸ ਕੈਨੇਡਾ ਬਹੁਤ ਵਿਸ਼ਾਲ ਆ। ਅਸੀਂ ਸਿਰਫ ਸ਼ਹਿਰਾਂ ਦੇ ਵਿੱਚ ਕਰੀਬਨ 30-40% ਰਹਿ ਰਹੇ, ਬਾਕੀ ਪਿੰਡਾਂ 'ਚ ਹੀ ਰਹਿੰਦਾ ਕੈਨੇਡਾ ਅਪ ਨਾਰਥ ਤੱਕ ਹੈ ਨਾ। ਉਹ ਕਈ ਜਿਹੜੇ ਹੈਗੇ ਆ ਉਹ ਅਮਰੀਕਾ ਦੇ ਲਾਗੇ ਲੱਗਦੇ, ਲੈਟਸ ਸੇ OSOS ਹੈ ਨਾ, ਇੱਥੋਂ 6-7 ਘੰਟੇ ਦੀ ਡਰਾਈਵ ਹੈ, ਉਹ ਬਿਲਕੁਲ ਅਮਰੀਕਾ ਦੇ ਕੰਢੇ ਦੇ ਨਾਲ ਉਹਦਾ ਬਾਰਡਰ ਹੈ। ਕਈ ਔਰਤਾਂ ਉਹ ਵਾਲੀਆਂ ਅਮਰੀਕਾ ਵੀ ਜਾਂਦੀਆਂ, ਸਾਨੂੰ ਪਤਾ ਵੀ ਅਬੋਰਸ਼ਨ ਕਰਨ, ਉਹ ਨਹੀਂ ਆਉਂਦੀਆਂ ਇੱਥੇ ਕਿਉਂਕਿ ਵਾਟ ਬਹੁਤ ਪੈਂਦੀ ਆ। ਸੋ ਬਾਈ ਡਾਇਰੈਕਸ਼ਨਲ ਹੁੰਦਾ। ਲੇਕਿਨ ਅਗਰ ਅਮਰੀਕਾ ਦੇ ਵਿੱਚ ਕਾਨੂੰਨ ਹੋ ਜਾਂਦਾ ਜਿਹੜਾ ਸਾਨੂੰ ਲੱਗ ਰਿਹਾ, ਕਿਉਂਕਿ ਲੀਕਡ ਪੇਪਰ ਸੁਪਰੀਮ ਕੋਰਟ ਦੇ ਜਿਹੜੇ ਆਏ ਆ ਸਾਹਮਣੇ ਪਿਛਲੇ ਕੁਝ ਦਿਨ ਤੋਂ, ਅਤੇ ਕੈਨੇਡਾ ਦੇ ਜਿਹੜੇ ਮਿਨਿਸਟਰ ਹੈਗੇ ਆ ਔਰ ਹੈਲਥ ਕੈਨੇਡਾ ਉਹਨਾਂ ਦੇ ਉੱਤੇ ਪਾਬੰਦੀ ਨਹੀਂ ਲਾਊਗਾ, ਕਿਉਂਕਿ ਉਹਨਾਂ ਦੇ ਲਈ ਕੈਨੇਡਾ ਟਰੈਵਲ ਕਰਨਾ ਸੇਫ ਹੈਗਾ। ਸਾਡਾ ਹੈਲਥ ਕੇਅਰ ਸਿਸਟਮ ਵਧੀਆ, ਸਾਡੀ ਮਤਲਬ ਜਿਹੜੀ ਹੈਗੀ ਸੋਫਿਸਟੀਕੇਸ਼ਨ ਵਧੀਆ, ਔਰ ਅਸੀਂ ਇਸ ਪ੍ਰੋਸੀਜਰ ਦੇ ਵਿੱਚ ਉਹਨਾਂ ਦੀ ਹੈਲਪ ਕਰ ਸਕਦੇ ਅਗਰ ਉਹਨਾਂ ਨੇ ਉਹ ਮਨ ਬਣਾ ਲਿਆ। ਇਹ ਡਾਕਟਰ ਸਾਹਿਬ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤਾ ਮਾਮਲਾ ਹੁੰਦਾ ਜਿਹੜਾ ਫੋਰਟੀਸਾਈਡ, ਫੀਮੇਲ ਫੋਰਟੀਸਾਈਡ ਦਾ, ਵੀ ਬਹੁਤੇ ਲੋਕ ਅਬੋਰਸ਼ਨ ਇਸ ਕਰਕੇ ਕਰਵਾਉਂਦੇ ਵੀ ਉਹਨਾਂ ਨੂੰ ਮੁੰਡਾ ਚਾਹੀਦਾ, ਕੁੜੀ ਨਹੀਂ ਚਾਹੀਦੀ। ਇੱਥੇ ਮੁੱਖ ਕਾਰਨ ਕੀ ਹੁੰਦਾ ਤੇ ਏਡਾ ਵੱਡਾ ਮੁੱਦਾ ਕਿਉਂ ਆ ਵੀ ਪੂਰੀ ਦੀ ਪੂਰੀ ਅਮਰੀਕਾ ਦੀ ਸਰਕਾਰ ਹਿੱਲੀ ਪਈ ਹੈ ਜੀ? ਦੇਖੋ, ਜਿਹੜੇ ਨਾ ਇੱਥੇ ਕਾਫੀ ਜਿਵੇਂ ਹੁੰਦਾ ਵੀ ਡੇਟ 'ਤੇ ਚਲੇ ਗਏ ਹੈ ਨਾ, ਬॉयਫ੍ਰੈਂਡ ਗਰਲਫ੍ਰੈਂਡ, ਅਤੇ ਉੱਥੇ ਉਹਨਾਂ ਨੇ ਅਨਪ੍ਰੋਟੈਕਟਿਡ ਜਿਹੜਾ ਸੈਕਸ ਕਰ ਲਿਆ, ਉਹਦੇ ਬਾਅਦ ਪ੍ਰੈਗਨੈਂਟ ਹੋ ਗਈ। ਤਾਂ ਹੁਣ ਉਹਦਾ ਇੱਛਾ ਤਾਂ ਨਹੀਂ ਸੀ ਉਸ ਕੁੜੀ ਦੀ ਵੀ ਮੈਂ ਪ੍ਰੈਗਨੈਂਟ ਹੋਵਾਂ, ਕਿਉਂਕਿ ਉਹ ਸਕੂਲੇ ਪੜ੍ਹਦੀ ਹੈ, ਕਾਲਜ ਪੜ੍ਹਦੀ ਆ, ਉਹਨੇ ਬਿਜ਼ਨਸ ਕਰਨਾ, ਜੋ ਵੀ ਉਹਦੇ ਫਿਊਚਰ ਪਲਾਨ। ਸੋ ਉਹ ਨਹੀਂ ਚਾਹੁੰਦੀ ਵੀ ਮੈਂ ਮਤਲਬ ਇੱਦਾਂ ਕਰਾਂ ਹੈ ਨਾ। ਸੋ ਇਸ ਲਈ ਉਹ ਬੇਬੀ ਨਹੀਂ ਰੱਖਣਾ ਚਾਹੁੰਦੀ। ਕਈ ਵਾਰ ਇੱਦਾਂ ਹੁੰਦਾ ਵੀ ਤੁਹਾਡਾ ਪਾਰਟਨਰ ਜਿਹੜਾ ਉਹਦੇ ਨਾਲ ਤੁਹਾਡਾ ਰਿਲੇਸ਼ਨਸ਼ਿਪ ਇੰਨਾ ਗੂੜਾ ਨਹੀਂ ਹੁੰਦਾ ਵੀ ਪਾਰਟਨਰ ਤੁਹਾਡੇ ਬੱਚੇ ਦੀ ਪਰਵਰਿਸ਼ 'ਚ ਵੀ ਹੈਲਪ ਕਰੂਗਾ ਕਿ ਨਹੀਂ ਕਰੂਗਾ। ਸੋ ਇਹ ਵੀ ਇੱਕ ਕਾਰਨ ਹੈ। ਤੀਜਾ, ਜਦੋਂ ਮੈਡੀਕਲ ਅਬੋਰਸ਼ਨ ਉਦੋਂ ਵੀ ਅਲਾਉਡ ਸੀ 1988 ਤੋਂ ਪਹਿਲਾਂ, ਉਹਦੇ 'ਚ ਡਾਕਟਰਾਂ ਨੂੰ 2 ਡਾਕਟਰਾਂ ਨੂੰ ਸਾਈਨ ਕਰਨਾ ਪੈਂਦਾ ਸੀ ਵੀ ਅਗਰ ਮਾਂ ਕੈਰੀ ਔਨ ਕਰਦੀ ਪ੍ਰੈਗਨੈਂਸੀ ਤੇ ਇਹਦੀ ਜਾਨ ਨੂੰ ਖਤਰਾ, ਲੈਟਸ ਸੇ ਵੀ ਉਹਨੂੰ ਹਾਰਟ ਪ੍ਰੋਬਲਮ ਹੈਗਾ ਜਾਂ ਕੈਂਸਰ ਹੈਗਾ ਜਾਂ ਫਿਰ ਉਹਨੂੰ ਕੋਈ ਇਹੋ ਜਿਹੀ ਕੰਡੀਸ਼ਨ ਜਾਂ ਬਲੱਡ ਪ੍ਰੈਸ਼ਰ ਉਹਦਾ ਬਹੁਤ ਜ਼ਿਆਦਾ ਵੀ ਮਾਂ ਦੀ ਮੌਤ ਹੋ ਸਕਦੀ ਪ੍ਰੈਗਨੈਂਸੀ ਕਰਨ ਤੋਂ, ਤਾਂ ਉਦੋਂ ਵੀ ਅਲਾਉਡ ਸੀ ਸਿਲੈਕਟਿਡ ਕੇਸਿਸ 'ਚ। ਸੋ ਮਦਰ ਦੀ ਹੈਲਥ ਦਾ ਵੀ ਇੱਕ ਫੈਕਟਰ ਹੈਗਾ। ਬਟ ਬਹੁਤਾ ਕਰਕੇ ਅਸੀਂ ਆਖੀਏ ਵੀ ਇਹ ਕਲਚਰ ਇੰਨਾ ਵਿਕਸਿਤ ਹੋ ਚੁੱਕਿਆ ਵੀ ਇਹਦੇ ਵਿੱਚ ਜਿੱਦਾਂ ਜਿਹੜੀ ਸੈਕਸ਼ੂਅਲ ਐਨਕਾਊਂਟਰਿੰਗ ਬੜੀ ਕੈਜੂਅਲ ਤਰੀਕੇ ਦੇ ਨਾਲ ਹੁੰਦੀ ਹੈ। ਦੂਜਾ, ਇਹਦੇ ਵਿੱਚ ਇਹ ਨਹੀਂ, ਕੈਨੇਡਾ ਦੇ ਵਿੱਚ ਮੇਰੇ ਖਿਆਲ ਨਾਲ ਈਵਨ ਇੰਡੀਆ ਦੇ ਵਿੱਚ ਸਾਰੀ ਕੰਟਰੀ 'ਚ ਇਲੀਗਲ ਆ ਵੀ ਬੱਚੇ ਦਾ ਸੈਕਸ ਅਲਟਰਾਸਾਊਂਡ ਤੋਂ ਦੱਸਣਾ, ਲੇਕਿਨ ਬਹੁਤ ਸਾਰੇ ਕੰਟਰੀਜ਼ 'ਚ ਲੋਕ ਐਕਸਟਰਾ ਪੈਸੇ ਦੇ ਕੇ ਕਰ ਲੈਂਦੇ, ਬਟ ਕੈਨੇਡਾ 'ਚ ਇਲੀਗਲ ਹੈਗਾ। ਬੱਚੇ ਦਾ ਸੈਕਸ ਨਹੀਂ ਦੱਸਿਆ ਜਾਂਦਾ ਵੀ ਉਹ ਮੁੰਡਾ ਜਾਂ ਕੁੜੀ ਆ।
ਤੇ ਇੱਥੇ ਬਲੇਨ 'ਚ ਇੱਕ ਡਾਕਟਰ ਹੈਗੇ ਆ, ਕਾਫੀ ਲੋਕ ਟਰੈਵਲ ਕਰਦੇ ਆ ਉੱਥੇ, ਪੈਸੇ ਦੇ ਕੇ $1000 ਦੇ ਕੇ ਉਹ ਅਰਲੀ ਸਟੇਜ 'ਚ ਦੱਸਦਾ। ਉਹ ਸਾਡੀ ਕਮਿਊਨਿਟੀ ਕਰਦੀ ਆ। ਬਹੁਤ ਦੁਖਾਂਤ ਵਾਲੀ ਗੱਲ ਹੈਗੀ ਆ, ਕਿਉਂਕਿ ਜਿਹੜਾ ਹੁਣ ਸੈਂਸਸ ਹੈਗਾ ਇਹਦੇ ਵਿੱਚ ਵੀ ਸ਼ੋਅ ਕਰਦਾ ਵੀ ਕੁੜੀਆਂ ਦੀ ਰੇਸ਼ੋ ਸਾਡੀ ਕਮਿਊਨਿਟੀ 'ਚ ਘਟ ਗਈ ਹੈ ਮੁੰਡਿਆਂ ਨਾਲੋਂ। ਅਗਰ ਕਿਸੇ ਦੇ 3 ਬੱਚੇ ਆ, ਉਹ ਤਿੰਨੋਂ ਮੁੰਡੇ ਆ ਜਾਂ 2 ਮੁੰਡੇ 1 ਕੁੜੀਆਂ। ਬਹੁਤ ਰੇਅਰਲੀ ਹੁੰਦਾ ਵੀ ਤਿੰਨੋਂ ਕੁੜੀਆਂ, ਹੈ ਨਾ। ਸੋ ਇਹ ਮਤਲਬ ਕਿਤੇ ਨਾ ਕਿਤੇ ਅਸੀਂ ਕੋਈ ਨਾ ਕੋਈ ਇੰਡੀਆ ਜਾ ਕੇ ਜਾਂ ਕ੍ਰਾਸ ਬਾਰਡਰ ਜਾ ਕੇ ਸਿਲੈਕਟਿਵਲੀ ਅਸੀਂ ਕਰ ਰਹੇ ਹਾਂ ਕਮਿਊਨਿਟੀ ਬੇਸ, ਅਸੀਂ ਤੇ ਚਾਈਨੀਜ਼। ਬਾਕੀ ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਉਹਦੇ ਵਿੱਚ ਇਹ ਦੁਖਾਂਤ ਨਹੀਂ ਹੈ, ਕਿਉਂਕਿ ਸਾਡਾ ਜਿਹੜਾ ਕਲਚਰ ਆ ਉਹ ਮੁੰਡਿਆਂ ਪ੍ਰਤੀ ਹੈਗਾ ਵੀ ਸਾਡੀ ਅੰਸ਼, ਸਾਡਾ ਵੰਸ਼ ਚੱਲਣਾ ਚਾਹੀਦਾ ਔਰ ਮੁੰਡੇ ਨੇ ਵੱਡੇ ਹੋ ਕੇ ਸੇਵਾ ਕਰਨੀ ਆ। ਇਹ ਗਲਤ ਧਾਰਨਾਵਾਂ ਬਣੀਆਂ, ਇਹ ਸਾਨੂੰ ਚੇਂਜ ਕਰਨੀਆਂ ਚਾਹੀਦੀਆਂ। ਲੇਕਿਨ ਜਿਹੜਾ ਹੁਣ ਮੁੱਦਾ ਹੈਗਾ, ਇਹ ਪੋਲੀਟੀਕਲ ਮੁੱਦਾ ਹੈਗਾ ਵੀ ਵੂਮਨ ਦੀ ਰਾਈਟ ਜਿਹੜੀ ਹੈਗੀ ਆ ਉਹਦੇ ਉੱਤੇ ਪ੍ਰੋਬਲਮ ਪਊਗੀ, ਖਾਸ ਕਰਕੇ ਅਮਰੀਕਾ 'ਚ। ਔਰ ਇੱਥੇ ਜਿਹੜਾ ਕਾਨੂੰਨ ਜਿਹੜਾ ਹੈਗਾ ਉਹ ਖੁੱਲ੍ਹਾ ਹੈਗਾ, ਐਕਸੈਪਟ ਕਰਦਾ, ਵੈਲਕਮ ਕਰਦਾ। ਅਗਰ ਔਰਤ ਨੇ ਨਹੀਂ ਰੱਖਣਾ ਉਹਨੂੰ ਕੋਈ ਕੁਐਸਚਨ ਨਹੀਂ ਪੁੱਛਿਆ ਜਾਂਦਾ। ਕਈ ਵਾਰ ਹੁਣ ਔਰਤਾਂ ਜਿਹੜੀਆਂ ਹੈਗੀਆਂ ਆਪਣੇ ਪਾਰਟਨਰ ਨੂੰ ਵੀ ਦੱਸਦੀਆਂ, ਫਿਰ ਵੀ ਕਰਵਾ ਲੈਂਦੀਆਂ, ਹੈ ਨਾ। ਸੋ ਇਹ ਉਹਨਾਂ ਦਾ ਬੇਸਿਕ ਹਿਊਮਨ ਰਾਈਟ ਹੈਗਾ। ਔਰ ਮੇਰੇ ਖਿਆਲ ਨਾਲ ਸਾਨੂੰ, ਕਿਉਂਕਿ ਇਹ ਔਰਤਾਂ ਦੀ ਬਾਡੀ ਆ ਔਰ ਉਹਨਾਂ ਦਾ ਪੂਰਾ ਹੱਕ ਹੈਗਾ ਵੀ ਆਪਣੀ ਬਾਡੀ ਦੇ ਉੱਤੇ ਉਹਨਾਂ ਨੇ ਕੀ ਕਰਨਾ, ਉਹਨਾਂ ਦਾ ਇੱਕ ਰਾਈਟ ਜਿਹੜਾ ਹੈਗਾ ਸਾਨੂੰ ਉਹਦਾ ਸਵੀਕਾਰ ਔਰ ਸਤਿਕਾਰ ਕਰਨਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ ਜੀ। ਬਹੁਤ ਬਹੁਤ ਧੰਨਵਾਦ ਦੋਸਤੋ, ਅੱਜ ਅਸੀਂ ਗੱਲਬਾਤ ਕਰਨੀ ਆ ਰਾਜ ਝਿੰਜਰ ਹੋਣਾ ਦੇ ਨਾਲ। ਰਾਜ ਝਿੰਜਰ ਹੋਣਾ ਨਾਲ ਗੱਲਬਾਤ ਕਰਨ ਦਾ ਸਬਬ ਕੀ ਆ? ਇਹ ਐਕਟਰ ਨੇ, ਪੰਜਾਬੀ ਫਿਲਮਾਂ ਦੇ ਵਿੱਚ ਇਹਨਾਂ ਨੇ ਐਕਟਿੰਗ ਕੀਤੀ ਆ। ਰਾਜੀਵ ਕੁਮਾਰ ਦੀ ਫਿਲਮ ਨਾਬਰ, ਡਾਕੂਆਂ ਦਾ ਮੁੰਡਾ ਹੁਣ ਇਹਨਾਂ ਦੀ ਫਿਲਮ ਰਿਲੀਜ਼ ਹੋਣੀ ਆ। ਇਸੇ ਤਰ੍ਹਾਂ ਜਿਹੜੀ ਸਿਕੰਦਰ ਸੀਗੀ ਜਤਿੰਦਰ ਮੌਰ ਦੀ, ਉਹਦੇ ਵਿੱਚ ਇਹਨਾਂ ਨੇ ਕੰਮ ਕੀਤਾ। ਦੂਜੀ ਖਾਸ ਗੱਲ ਇਹ ਆ, ਇੰਡੀਆ ਦੇ ਵਿੱਚ ਜਨਮ ਹੁੰਦਾ ਇਹਨਾਂ ਦਾ 96 ਦੇ ਵਿੱਚ ਹਾਂਗਕਾਂਗ ਮੂਵ ਕਰ ਜਾਂਦੇ ਨੇ, ਫਿਰ ਵਾਪਸ ਮੁੰਬਈ ਜਾਂਦੇ ਆ। ਮੁੰਬਈ ਜਾ ਕੇ ਐਕਟਿੰਗ ਸਿੱਖਦੇ ਆ ਬਾਕਾਇਦਾ, ਤੇ ਫਿਰ ਹੁਣ ਅੱਗੇ ਜਿਹੜੇ ਪ੍ਰੋਜੈਕਟ ਆ ਉਹ ਇੱਥੇ ਕਰ ਰਹੇ ਆ। ਅੱਜ ਕੱਲ੍ਹ ਕੈਨੇਡਾ ਦੇ ਵਿੱਚ ਆਏ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਆ। ਰਾਜੀ, ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਰਾਜ ਸਿੰਘ ਝੰਜਰ ਵੱਲੋਂ ਬਹੁਤ ਬਹੁਤ ਪਿਆਰ। ਰਾਜੀ, ਆਮ ਤੌਰ ਦੇ ਉੱਤੇ ਪੰਜਾਬੀ ਫਿਲਮਾਂ ਦੇ ਵਿੱਚ ਬਹੁਤੇ ਐਕਟਰ ਜਿਹੜੇ ਲੀਡ ਰੋਲ ਕਰਦੇ ਆ ਉਹ ਸਿੰਗਰ ਹੁੰਦੇ ਆ। ਸਿੰਗਰ ਤੋਂ ਬਿਨਾਂ ਕਿਸੇ ਐਕਟਰ ਦਾ ਸਕੋਪ ਹੋਊਗਾ ਪੰਜਾਬੀ ਫਿਲਮਾਂ 'ਚ? ਬਿਲਕੁਲ ਜੀ। ਹੁਣ ਜਿਵੇਂ ਬਹੁਤ ਸਾਰੇ ਐਕਟਰ ਕਰ ਰਹੇ ਆ ਕੰਮ ਇਸ ਵਕਤ, ਜਿਵੇਂ ਦੇਵ ਖਰੋੜ ਬਾਈ ਹੈਗਾ, ਤਾਂ ਧੀਰਜ ਹੈ, ਜਗਜੀਤ ਸੰਧੂ ਹੈ, ਸਾਰੇ ਹੀ ਮਤਲਬ ਮੁੰਡੇ ਜਿਹੜੇ ਆਏ ਆ ਵਧੀਆ ਕੰਮ ਕਰ ਰਹੇ ਆ ਤੇ ਲੀਡ 'ਚ ਵੀ ਕਰ ਰਹੇ ਆ। ਤਾਂ ਹੁਣ ਸਿਨੇਮਾ ਵੀ ਉਸ ਤਰ੍ਹਾਂ ਦਾ ਬਣਨਾ ਸ਼ੁਰੂ ਹੋ ਗਿਆ, ਕੰਟੈਂਟ ਬੇਸਡ ਬਣਨਾ ਸ਼ੁਰੂ ਹੋ ਗਿਆ, ਜਿਹਦੇ ਵਿੱਚ ਐਕਟਰਾਂ ਦੀ ਬਹੁਤ ਲੋੜ ਹੈ। ਮੈਂ ਇਹ ਨਹੀਂ ਕਹਿੰਦਾ ਵੀ ਸਿੰਗਰ ਵਧੀਆ ਐਕਟਰ ਨਹੀਂ, ਬਹੁਤ ਵਧੀਆ ਵਧੀਆ ਐਕਟਰ ਸਿੰਗਰਾਂ 'ਚ ਵੀ ਹੈਗੇ, ਤਾਂ ਉਹ ਕੰਮ ਵੀ ਕਰ ਰਹੇ ਆ। ਤਾਂ ਮੈਨੂੰ ਲੱਗਦਾ ਵੀ ਐਕਟਰਾਂ ਦਾ ਵੀ ਹੁਣ ਉਹਦਾ ਹੀ ਸਕੋਪ ਬਣ ਗਿਆ। ਜਿਹੜੀਆਂ ਤੁਹਾਡੀਆਂ ਮੈਂ ਫਿਲਮਾਂ ਦੇ ਕੁਛ ਨਾਂ ਲਿਆ, ਨਾਬਰ, ਸਿਕੰਦਰ, ਜਿਹਦਾ ਸਰਸਾ ਸੀ ਪਹਿਲਾ ਨਾਂ, ਮੁੜ ਕੇ ਹੁਣ ਡਾਕੂਆਂ ਦਾ ਮੁੰਡਾ, ਹੋਰ ਪ੍ਰੋਜੈਕਟ, ਇਹ ਥੋੜ੍ਹਾ ਜਿਹਾ ਇਹਨੂੰ ਪੈਰਲਲ ਸਿਨੇਮਾ ਕਹਿੰਦੇ ਆ, ਇਹ ਉਹਨਾਂ ਤੋਂ ਹਟਵਾਂ ਹੈ ਜਾਂ ਕਮਰਸ਼ੀਅਲ ਵੀ ਆ? ਮੈਨੂੰ ਲੱਗਦਾ ਫਿਲਮ ਹੁੰਦੀ ਕਮਰਸ਼ੀਅਲ ਆਈ ਹੈ ਨਾ, ਉਹਦਾ ਕੰਮ ਹੀ ਕਮਰਸ਼ੀਅਲਾਈਜ਼ ਬਿਜ਼ਨਸ ਕਰਨਾ ਹੁੰਦਾ ਗਾ। ਫਿਲਮਾਂ ਸਾਰੀਆਂ ਕਮਰਸ਼ੀਅਲ ਹੁੰਦੀਆਂ ਗੀਆਂ ਤੇ ਜੋਨਰ ਹੁੰਦੇ ਆ ਅੱਡ ਅੱਡ। ਤਾਂ ਹੁਣ ਮੈਨੂੰ ਲੱਗਦਾ ਵੀ ਹਰ ਤਰ੍ਹਾਂ ਦਾ ਜੋਨਰ ਇਸ ਵਕਤ ਹੈ ਜਿਹੜਾ ਕੰਟੈਂਪਰੇਰੀ ਸਿਨੇਮਾ ਉਹਦੇ 'ਚ ਬਣ ਰਿਹਾ ਹੈਗਾ, ਤੇ ਜਿਹੜਾ ਕਿ ਇੱਕ ਚੰਗਾ ਸਾਈਨ ਹੈ ਜਿਹਦੇ ਨਾਲ ਆਪਣਾ ਪੰਜਾਬੀ ਸਿਨੇਮਾ ਵੀ ਹੁਣ ਬਹੁਤ ਉੱਪਰ ਆ ਰਿਹਾ ਹੈਗਾ। ਤੁਸੀਂ ਇੰਡੀਆ ਸੀਗੇ, ਹਾਂਗਕਾਂਗ ਮੂਵ ਹੋ ਗਿਆ, ਬਾਅਦ ਦੇ ਵਿੱਚ ਫਿਰ ਹੁਣ ਮੁੰਬਈ ਚਲੇ ਗਏ ਵਾਪਸ। ਉੱਥੇ ਤੁਸੀਂ ਐਕਟਿੰਗ ਸਕੂਲਸ ਤੋਂ ਜਿਹੜੀ ਐਕਟਿੰਗ ਸਿੱਖ ਰਹੇ ਆ। ਕਿੰਨੀ ਕੁ ਲੋੜ ਹੁੰਦੀ ਹੈ ਟ੍ਰੇਨਿੰਗ ਦੀ, ਜਾਂ ਇਹਦੇ ਤੋਂ ਬਿਨਾਂ ਵੀ ਐਕਟਰ ਬਣਿਆ ਜਾ ਸਕਦਾ? ਨਹੀਂ, ਮੈਨੂੰ ਲੱਗਦਾ ਵੀ ਜਿਵੇਂ ਸਿੰਗਿੰਗ ਹੈਗੀ, ਕੁਛ ਤਾਂ ਬੰਦੇ ਦੇ ਅੰਦਰ ਹੀ ਹੁੰਦੀ ਹੈ ਤੇ ਫਿਰ ਉਹਨੂੰ ਨਿਖਾਰਦਾ ਸਿੱਖਦਾ ਬੰਦਾ। ਤਾਂ ਉਵੇਂ ਐਕਟਿੰਗ ਵੀ ਮੈਨੂੰ ਲੱਗਦਾ ਵੀ ਤੁਹਾਡੇ ਅੰਦਰ ਹੀ ਹੁੰਦੀ ਹੈ, ਤੁਹਾਡੇ ਜਨਮ ਤੋਂ, ਬਚਪਨ ਤੋਂ ਹੀ ਪਤਾ ਲੱਗ ਜਾਂਦਾ ਤੁਹਾਨੂੰ ਵੀ ਤੁਸੀਂ ਕੀ ਕਰ ਸਕਦੇ ਹੋ। ਤਾਂ ਪਰ ਫਿਰ ਵੀ ਪੋਲਿਸ਼ ਕਰਨ ਲਈ ਇੱਕ ਟ੍ਰੇਨਿੰਗ ਜ਼ਰੂਰੀ ਆ, ਕਿਉਂਕਿ ਜੇ ਆਉਂਦੀ ਵੀ ਐਕਟਿੰਗ ਤਾਂ ਟੈਕਨੀਕਲ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਕੈਮਰਾ ਫੇਸ ਕਰਨਾ ਇਹ ਉਹ। ਤਾਂ ਮੈਨੂੰ ਲੱਗਦਾ ਇੱਕ ਟ੍ਰੇਨਿੰਗ ਜ਼ਰੂਰੀ ਆ। ਜਿਵੇਂ ਕਈ ਮੁੰਡੇ ਥੀਏਟਰ ਕਰਕੇ ਆਏ ਹੋਏ ਹੈਗੇ, ਅਨਫੋਰਚੂਨੇਟਲੀ ਮੈਨੂੰ ਉਹ ਸਬੱਬ ਮੇਰਾ ਕਦੇ ਨਹੀਂ ਬਣਿਆ ਲਾਈਫ ਦੇ ਵਿੱਚ, ਤੇ ਇਸ ਕਰਕੇ ਮੈਂ ਫਿਰ ਇਸ ਰਸਤੇ ਆਇਆ ਵੀ ਮੈਂ ਬੰਬੇ ਜਾ ਕੇ ਟ੍ਰੇਨਿੰਗ ਲਈ। ਮਧੂਮਤੀ ਡਾਂਸ ਐਂਡ ਐਕਟਿੰਗ ਅਕੈਡਮੀ ਤੋਂ ਮੈਂ ਟ੍ਰੇਨਿੰਗ ਲਈ ਸੀਗੀ। ਤਾਂ ਮੈਨੂੰ ਲੱਗਦਾ ਜ਼ਰੂਰੀ ਹੈ ਟ੍ਰੇਨਿੰਗ ਤਾਂ। ਅੱਛਾ, ਤੁਸੀਂ ਪਹਿਲਾਂ ਇਹ ਦੱਸਿਓ, ਤੁਸੀਂ ਹੁਣ ਸਿਟੀਜ਼ਨ ਕਿੱਥੇ ਦੇ ਹੋ? ਇੰਡੀਆ ਦੇ, ਹਾਂਗਕਾਂਗ ਦੇ, ਕੈਨੇਡਾ ਦੇ, ਕਿੱਥੇ ਦੇ ਸਿਟੀਜ਼ਨ ਹੋ ਜੀ? ਮੈਂ ਹਾਂਗਕਾਂਗ ਦਾ ਹੀ ਸਿਟੀਜ਼ਨ ਹਾਂ ਜੀ। ਤੇ ਪਰ ਜਿਵੇਂ ਹੁਣ ਸਿਨੇਮਾ ਗਲੋਬਲੀ ਹਰ ਜਗ੍ਹਾ ਬਣ ਰਿਹਾ, ਇੰਗਲੈਂਡ 'ਚ ਇੰਨੀਆਂ ਫਿਲਮਾਂ ਬਣ ਰਹੀਆਂ ਹੈਗੀਆਂ, ਈਵਨ ਕੈਨੇਡਾ 'ਚ ਮੈਂ ਇੱਥੇ 2 ਫਿਲਮਾਂ ਕਰ ਰਿਹਾ ਜੀ, ਹੈ ਨਾ, ਇੱਥੇ ਵੀ ਬਣ ਰਹੀਆਂ। ਤਾਂ ਮੈਨੂੰ ਲੱਗਦਾ ਕੋਈ ਉਹਦਾ ਉਹ ਨਹੀਂ ਰਿਹਾ, ਮੈਨੂੰ ਲੱਗਦਾ ਇਹ ਮੈਟਰ ਨਹੀਂ ਕਰਦਾ ਵੀ ਤੁਸੀਂ ਕਿੱਥੋਂ ਦੇ ਹੋ, ਤਾਂ ਹੁਣ ਸਾਰੇ ਪਾਸੇ ਹੀ ਕੰਮ ਕਰ ਰਹੇ ਹਾਂ। ਬਹੁਤ ਸਾਰੇ ਨਵੇਂ ਮੁੰਡੇ ਆ ਫਿਲਮਾਂ ਦੇ ਵਿੱਚ ਆਉਣਾ ਚਾਹੁੰਦੇ ਆ, ਐਜ਼ ਅ ਹੀਰੋ ਆ ਸਕਦੇ? ਫਿਰ ਮੇਰਾ ਸਵਾਲ ਉਹੀ ਆ, ਕਿੰਨੇ ਕੁ ਚਾਂਸਸ ਆ? ਮੈਨੂੰ ਲੱਗਦਾ ਵੀ ਹੀਰੋ ਨਾਲੋਂ ਪਰਫੈਕਸ਼ਨ ਹੋਣੀ ਪਹਿਲਾਂ ਜ਼ਰੂਰੀ ਆ, ਤੁਸੀਂ ਐਕਟਰ ਹੋਣੇ ਜ਼ਰੂਰੀ ਆ। ਉਹ ਇੱਕ ਜਰਨੀ ਆ, ਜਿਹੜਾ ਹੀਰੋ ਬਣਨਾ ਉਹ ਪ੍ਰੋਸੈਸ ਹੈ ਇੱਕ, ਹੈ ਨਾ, ਵੀ ਤੁਸੀਂ ਹੀਰੋ ਵੀ ਆਫਕੋਰਸ
ਹੁਣ ਦੇਵ ਬਾਈ ਨੇ ਇੰਨੀ ਮਿਹਨਤ ਕੀਤੀ, ਨਵਾਜ਼ੁਦੀਨ ਨੂੰ ਤੁਸੀਂ ਦੇਖੋ ਛੋਟੇ ਛੋਟੇ ਇੱਕ ਸੀਨ ਦੇ ਰੋਲ ਕਰਦਾ ਰਿਹਾ ਹੈਗਾ। ਤਾਂ ਹੀਰੋ ਵੀ ਤੁਸੀਂ ਕਿਸੇ ਦਿਨ ਬਣ ਹੀ ਜਾਓਗੇ ਜੇ ਤੁਹਾਨੂੰ ਅੱਛਾ ਕੰਮ ਆਉਂਦਾ ਗਾ, ਤੁਸੀਂ ਆਪਦੀ ਡਿਮਾਂਡ ਬਣਾਉਣੇ ਹੋ ਵੀ ਹਾਂ ਯਾਰ ਆਹੀ ਮੁੰਡਾ ਲੈਣਾ ਗਾ, ਇਹਨੂੰ ਕੰਮ ਚੰਗਾ ਆਉਂਦਾ, ਐਕਟ ਚੰਗਾ ਆਉਂਦਾ ਗਾ, ਤਾਂ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਹੀਰੋ ਬਣਨਾ ਵੀ। ਬੱਬਰ ਤੁਹਾਡੀ ਫਿਲਮ ਆਈ ਸੀ, ਹੁਣ ਕਿਹੜੇ ਪ੍ਰੋਜੈਕਟ ਲੇਟੈਸਟ ਆਏ ਤੇ ਇੱਥੇ ਤੁਸੀਂ ਕੀ ਸ਼ੂਟ ਕਰ ਰਹੇ ਹੋ ਅੱਜ ਕੱਲ੍ਹ? ਬੱਬਰ ਆਈ ਸੀਗੀ ਜੀ ਹੁਣੇ, ਉਦੋਂ ਬਾਅਦ 'ਚ ਹੁਣ ਡਾਕੂਆਂ ਦਾ ਮੁੰਡਾ 27 ਮਈ ਨੂੰ ਆ ਰਹੀ ਆ। ਮੈਂ ਕਹੂੰਗਾ ਸਾਰੇ ਵੀਰ ਭਾਈਆਂ ਨੂੰ ਵੀ ਤੁਸੀਂ ਜ਼ਰੂਰ ਦੇਖੋ ਫਿਲਮ, ਬਹੁਤ ਹੀ ਮੋਟੀਵੇਸ਼ਨਲ ਫਿਲਮ ਹੈਗੀ ਜਿਵੇਂ ਕਿ ਪਹਿਲੀ ਸੀਗੀ। ਤਾਂ ਉਸ ਤੋਂ ਬਾਅਦ ਮੈਂ ਇੱਥੇ ਹੁਣ ਗਿੱਪੀ ਬਾਈ ਵਰਗਿਆਂ ਨਾਲ ਆਊਟਲਾ ਕੀਤੀ ਹੈਗੀ। ਹੁਣ ਇੱਕ ਹੋਰ ਫਿਲਮ ਸਟਾਰਟ ਹੋ ਰਹੀ ਹੈ, ਹਜੇ ਮੈਂ ਉਹਦਾ ਕਰ ਨਹੀਂ ਸਕਦਾ ਡਿਸਕਲੋਜ਼, ਅਤੇ ਫਿਲਮਾਂ 4 ਹੋਰ ਫਿਲਮਾਂ ਮੇਰੀਆਂ ਲਾਈਨ ਅਪ ਹੈ ਜੀ। ਤੇ ਇਹ ਹੁਣ ਜਦੋਂ ਕਦੇ ਪੰਜਾਬ ਦੇ ਵਿੱਚ ਬਹੁਤੀ ਸ਼ੂਟਿੰਗ ਹੁੰਦੀ ਸੀ, ਫਿਰ ਬੰਬੇ ਜਾਂਦੇ ਸੀ, ਹੁਣ ਇੱਥੇ ਸਰੀ ਦੇ ਵਿੱਚ ਸਾਡੇ ਬਹੁਤ ਸ਼ੂਟ ਹੁੰਦੀ ਆ। ਇੱਥੇ ਇੰਡਸਟਰੀ ਨੂੰ, ਕੈਨੇਡਾ ਦੇ ਵਿੱਚ ਪਰਟੀਕੁਲਰਲੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਜਦੋਂ ਅਸੀਂ ਪੰਜਾਬ 'ਚ ਗੱਲ ਕਰਦੇ ਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਤਾਂ ਆਫਕੋਰਸ ਇੰਨੀਆਂ ਫਿਲਮਾਂ ਬਣ ਹੀ ਰਹੀਆਂ ਜੀ, ਹੈ ਨਾ, ਸਿਨੇਮਾ ਬਹੁਤ ਬਣ ਰਿਹਾ, ਪ੍ਰੋਡਿਊਸਰ ਪੈਸਾ ਵੀ ਲਾ ਰਹੇ ਆ, ਕਮਾ ਵੀ ਰਹੇ ਆ, ਵਧੀਆ ਬਿਜ਼ਨਸ ਹੋ ਰਿਹਾ। ਈਵਨ ਕੋਵਿਡ ਨੇ ਬਹੁਤ ਜ਼ਿਆਦਾ ਲੱਕ ਭੰਨਤਾ ਸੀਗਾ, ਸਾਰੇ ਪਾਸੇ ਹੀ ਭੰਨਿਆ ਗਿਆ, ਹਰ ਬਿਜ਼ਨਸ ਦਾ ਹੀ ਭੰਨਿਆ ਗਿਆ, ਤਾਂ ਫਿਲਮਾਂ ਦਾ ਵੀ ਭੰਨਿਆ ਗਿਆ ਸੀਗਾ। ਅਤੇ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਵੀ ਜਿਹੜਾ ਅਗਲੀ ਇੰਡਸਟਰੀ ਹੈ ਜਿਹੜੀ, ਜਿਵੇਂ ਕਿ ਇੱਥੇ ਐਕਟਰ ਬਹੁਤ ਸਾਰੇ ਐਕਟਰ ਮੂਵ ਹੋ ਗਏ ਹੈਗੇ, ਸਿੰਗਰ ਬਹੁਤ ਸਾਰੇ ਮੂਵ ਹੋ ਗਿਆ, ਤਾਂ ਅਸੀਂ ਮੰਨਦੇ ਹੁੰਦੇ ਵੀ ਇਹ ਕੈਨੇਡਾ ਹੀ ਆ। ਅਤੇ ਸਭ ਤੋਂ ਵੱਧ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਮੈਨੂੰ ਲੱਗਿਆ ਵੀ ਵੈਨਕੂਵਰ ਅਤੇ ਸਰੀ ਜ਼ਿਆਦਾ ਕੰਮ ਹੋ ਰਿਹਾ ਹੈਗਾ। ਅਸੀਂ ਅਗਲੀ ਇੰਡਸਟਰੀ ਮਤਲਬ ਸਾਨੂੰ ਐਂ ਲੱਗਦਾ ਵੀ ਜਿੱਥੇ ਵੱਧ ਫਿਲਮਾਂ ਬਣਨੀਆਂ ਪੰਜਾਬੀਆਂ ਦੀਆਂ ਤਾਂ ਉਹ ਕੈਨੇਡਾ ਹੀ ਲੱਗ ਰਿਹਾ। ਬਹੁਤ ਬਹੁਤ ਸ਼ੁਕਰੀਆ ਰਾਜ ਜੀ, ਮਿਹਰਬਾਨੀ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਰਾਜ ਝੰਜਰ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਅਸੀਂ। ਇਹਨਾਂ ਦੇ ਨਾਲ ਗੱਲਬਾਤ ਦੇ ਬਹਾਨੇ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਦਾ ਸਕੋਪ ਦੇਖ ਸਕਦੇ ਹੋ। ਜਿਹੜੇ ਵੱਖਰੇ ਵੱਖਰੇ ਜਨਰ ਦੀਆਂ ਫਿਲਮਾਂ ਇੱਥੇ ਬਣ ਰਹੀਆਂ, ਹਿੱਟ ਹੋ ਰਹੀਆਂ, ਉਹਨਾਂ ਦੀ ਚਰਚਾ ਹੋ ਰਹੀ ਆ, ਉਹ ਦੇਖ ਰਹੇ ਹੋ। ਅਤੇ ਜਿਹੜੇ ਨਵੇਂ ਲੋਕ ਵੀ ਇਸ ਪਾਸੇ ਆਉਣਾ ਚਾਹੁੰਦੇ ਆ, ਉਹਨਾਂ ਦਾ ਇੱਕ ਬਹੁਤ ਵੱਡਾ ਸਕੋਪ ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਸੂਬਾ ਅਤੇ ਉਹਦੇ ਵਿੱਚ ਸਰੀ, ਵੈਨਕੂਵਰ, ਇੱਥੇ ਇੱਕ ਬਹੁਤ ਵੱਡਾ ਸਕੋਪ ਦੇਖਿਆ ਜਾ ਸਕਦਾ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।